किताब 1984 सिख कतलेआम दा सच। लेखक जरनैल सिंह पत्रकार दिल्ली। भाग पहला कतलेआम ते मैं ਅਤੇ 31 अक्तूबर 1984। वाहिगुरू जी का खालसा वाहिगुरू जी की फतेह। 31 अक्तूबर 1984। जून 1984 ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਆਪਰੇਸ਼ਨ ਬਲੂ ਸਟਾਰ ਦੌਰਾਨ ਭਾਰਤੀ ਫੌਜ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਆਹਤ ਦੋ ਸਿੱਖ ਸੁਰੱਖਿਆ ਕਰਮੀਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਸੀ। ਘਰ ਵਿੱਚ ਪਿਤਾ ਜੀ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸੀ। ਉਹ ਆਪਣੀ ਚਿੰਤਾ ਮੇਰੀ ਮਾਂ ਨਾਲ ਸਾਂਝੀ ਕਰ ਰਹੇ ਸੀ ਕਿ ਸ਼ਾਮ ਨੂੰ ਸਫਦਰਜੰਗ ਇਨਕਲੇਵ ਦੇ ਕੋਲ ਅਰਜੁਨ ਨਗਰ ਵਿੱਚ ਰਹਿਣ ਵਾਲੀ ਮਾਸੀ ਜੋਗਿੰਦਰ ਕੌਰ ਦਾ ਫੋਨ ਆਇਆ ਕਿ ਉਹਨਾਂ ਦੇ ਸਿੱਖ ਗੁਆਂਢੀ ਕਾਬਲ ਸਿੰਘ ਜੋ ਕਿ ਗੁਰਦੁਆਰੇ ਵਿੱਚ ਕੀਰਤਨ ਕਰਦੇ ਨੇ ਏਮਸ ਹਸਪਤਾਲ ਦੇ ਕੋਲੋਂ ਲੰਘ ਰਹੇ ਸੀ ਤਾਂ ਦੇਖਿਆ ਕਿ ਗੁੱਸੇ ਨਾਲ ਭਰੀ ਭੀੜ ਗੱਡੀਆਂ ਵਿੱਚੋਂ ਕੱਢ ਕੇ ਸਿੱਖਾਂ ਨੂੰ ਮਾਰ ਕੁੱਟ ਰਹੀ ਹੈ। ਸਿੱਖਾਂ ਦੀਆਂ ਪੱਗਾਂ ਉਛਾਲੀਆਂ ਜਾ ਰਹੀਆਂ ਹਨ ਤੇ ਉਹ ਬਹੁਤ ਮੁਸ਼ਕਲ ਬਚ ਕੇ ਆਏ ਨੇ। ਉਦੋਂ ਹੀ ਪਤਾ ਲੱਗਾ ਕਿ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੀ ਜਦੋਂ ਇੰਦਰਾ ਗਾਂਧੀ ਨੂੰ ਵੇਖਣ ਗਏ ਤਾਂ ਉਹਨਾਂ ਤੇ ਭੀੜ ਨੇ ਪਥਰਾ ਕਰ ਦਿੱਤਾ ਤੇ ਕਾਫਲੇ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ। ਮਾਂ ਗੁਆਂਢੀ ਦੇ ਘਰ ਤੋਂ ਮਾਸੀ ਜੀ ਦਾ ਫੋਨ ਸੁਣ ਕੇ ਆਈ ਤਾਂ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਜ਼ਿਆਦਾ ਡੂੰਘੀਆਂ ਹੋ ਗਈਆਂ ਸਨ। ਵੈਸੇ ਅਜੇ ਵੀ ਕਿਸੇ ਨੇ ਸੁਪਨੇ ਵਿੱਚ ਵੀ ਇਹ ਨਹੀਂ ਸੀ ਸੋਚਿਆ ਜੋ ਕਿ ਅਗਲੇ ਦਿਨ ਤੋਂ ਸ਼ੁਰੂ ਹੋਣ ਵਾਲਾ ਸੀ। ਅਸੀਂ ਅਗਲੇ ਦਿਨ 1 ਨਵੰਬਰ ਨੂੰ ਬੇਖੌਫ ਤੇ ਬੇਖਬਰ ਤੜਕੇ ਹੀ ਨੇੜੇ ਦੀ ਸ਼ਿਵ ਵਾਟਿਕਾ ਦੇ ਲੰਮੇ ਵਾਲੇ ਪਾਰਕ ਵਿੱਚ ਕ੍ਰਿਕਟ ਖੇਡਣ ਨਿਕਲ ਪਏ। ਇਹ ਪਾਰਕ ਰਹਿਸ਼ੀ ਇਲਾਕੇ ਤੋਂ ਥੋੜਾ ਕਿਨਾਰੇ ਤੇ ਪੈਂਦਾ ਸੀ, ਇਸ ਲਈ ਬੇਖਬਰ ਤੇ ਬੇਖਟਕੇ ਕਈ ਘੰਟੇ ਖੇਡਦੇ ਰਹੇ। ਥੱਕ ਗਏ ਤਾਂ ਘਰਾਂ ਦੀ ਸੁੱਧ ਆਈ। ਆਮ ਤੌਰ ਤੇ ਐਸਾ ਹੀ ਹੁੰਦਾ ਸੀ। ਖੇਡਣ ਵਿੱਚ ਇੰਨੇ ਰੁੱਝ ਜਾਂਦੇ ਸੀ ਕਿ ਇਹ ਵੀ ਭੁੱਲ ਜਾਂਦੇ ਸੀ ਕਿ ਕੁਝ ਖਾਧਾ ਪੀਤਾ ਹੈ ਜਾਂ ਨਹੀਂ। ਘਰ ਪੁੱਜ ਕੇ ਝਿੜਕਾਂ ਵੀ ਪੈਂਦੀਆਂ ਤੇ ਮਾਂ ਕਦੇ-ਕਦੇ ਕਹਿ ਦਿੰਦੀ ਕਿਉਂ ਪਾਰਕ ਵਿੱਚ ਕੋਈ ਮਾਂ ਨਹੀਂ ਸੀ ਮਿਲੀ ਜੋ ਰੋਟੀ ਵੀ ਖਵਾਉਂਦੀ। ਪਾਰਕ ਵਿੱਚ ਹੀ ਜਾਓ। ਇਹ ਵੀ ਮਾਂ ਦਾ ਪਿਆਰ ਸੀ। ਖੈਰ ਘਰ ਦੇ ਵੱਲ ਪਰਤਦੇ ਹੋਏ ਅਜੇ ਸਿੰਧੀ ਸਕੂਲ ਕੋਲ ਹੀ ਪਹੁੰਚੇ ਸੀ ਕਿ ਤੇਜ਼ ਸ਼ੋਰ ਸੁਣਾਈ ਦੇਣ ਲੱਗਾ। ਇਉਂ ਲੱਗਾ ਕਿ ਭੀੜ ਕੁਝ ਜ਼ੋਰ-ਜ਼ੋਰ ਨਾਲ ਚੀਖ ਰਹੀ ਹੈ। ਅੱਖਾਂ ਹੀ ਅੱਖਾਂ ਵਿੱਚ ਦੋਸਤਾਂ ਨੇ ਇਸ਼ਾਰਾ ਕੀਤਾ ਕਿ ਚਲੋ ਦੇਖਦੇ ਹਾਂ ਕਿ ਕੀ ਹੋ ਰਿਹਾ ਹੈ। ਇਹ ਬਾਲ ਸੁਭਾਅ ਹੀ ਹੈ ਤੇ ਹੁਣ ਤਾਂ ਉਤਸੁਕਤਾ ਹੋਰ ਵੱਧ ਗਈ। ਤਦੇ ਵੱਡਾ ਭਰਾ ਚਰਨਜੀਤ ਸਿੰਘ ਜੋ ਕਿ 13 ਸਾਲਾਂ ਦਾ ਸੀ ਬੋਲਿਆ, ਘਰ ਵਿੱਚ ਮੰਮੀ ਦੀ ਡਾਂਟ ਖਾਣੀ ਹੈ ਕਿ ਸਿੱਧੇ ਨੱਕ ਦੀ ਸਿੱਧੇ ਘਰ ਚਲੋ, ਸਵੇਰ ਤੋਂ ਨਾਸ਼ਤਾ ਵੀ ਨਹੀਂ ਕੀਤਾ ਹੈ। ਵੱਡੇ ਭਰਾ ਦੀ ਗੱਲ ਟਾਲਣ ਦੀ ਹਿੰਮਤ ਸਾਡੇ ਵਿੱਚੋਂ ਕਿਸੇ ਦੀ ਨਹੀਂ ਹੁੰਦੀ ਸੀ। ਵੈਸੇ ਵੀ ਸਭ ਤੋਂ ਜ਼ਿਆਦਾ ਤਾਕਤਵਰ ਸੀ, ਉਸ ਨਾਲ ਪੰਗਾ ਕੌਣ ਲਵੇ। ਅਜੇ ਗਲੀ ਵਿੱਚ ਪਹੁੰਚੇ ਹੀ ਸੀ ਕਿ ਮਾਂ ਦਾ ਘਬਰਾਇਆ ਹੋਇਆ ਚਿਹਰਾ ਨਜ਼ਰ ਆਇਆ। ਜੋ ਡਾਂਟ ਪੈਣੀ ਸ਼ੁਰੂ ਹੋਈ ਉਹ ਅੱਜ ਤੱਕ ਯਾਦ ਹੈ। 1-2 ਕਰਾਰੀਆਂ ਚੰਡਾਂ ਵੀ ਪੈ ਗਈਆਂ। ਮਾਂ ਬਹੁਤ ਪਰੇਸ਼ਾਨ ਸੀ। ਪਤਾ ਲੱਗਾ ਕਿ ਗਵਾਂਢੀਆਂ ਦੇ ਵੱਡੇ ਪੁੱਤਰ ਰਾਜੂ ਨੂੰ ਸਾਨੂੰ ਵੇਖਣ ਲਈ ਕਾਫੀ ਦੇਰ ਪਹਿਲਾਂ ਭੇਜਿਆ ਗਿਆ ਸੀ, ਪਰ ਉਹ ਕਈ ਪਾਰਕਾਂ ਵਿੱਚ ਲੱਭ ਆਇਆ, ਪਰ ਅਸੀਂ ਉਸ ਨੂੰ ਨਹੀਂ ਮਿਲੇ। ਅਸਲ ਵਿੱਚ ਅੱਜ ਅਸੀਂ ਸ਼ਿਵ ਵਾਟਿਕਾ ਖੇਡਣ ਚਲੇ ਗਏ ਸੀ ਤੇ ਜਿਸ ਲੰਮੇ ਪਾਰਕ ਵਿੱਚ ਜਿੱਥੇ ਖੇਡ ਰਹੇ ਸੀ ਉਹ ਸ਼ਾਇਦ ਉੱਥੋਂ ਤੱਕ ਪਹੁੰਚ ਹੀ ਨਹੀਂ ਸਕਿਆ। ਜਦੋਂ ਅਸੀਂ ਕਾਫੀ ਦੇਰ ਨਹੀਂ ਲੱਭੇ ਤਾਂ ਮਾਂ ਪਰੇਸ਼ਾਨ ਹੋ ਗਈ ਸੀ। ਪਹਿਲਾਂ ਵੀ ਤਾਂ ਦੇਰ ਹੋ ਜਾਂਦੀ ਸੀ ਪਰ ਇੰਨਾ ਪਰੇਸ਼ਾਨ ਕਦੇ ਨਹੀਂ ਹੋਈ ਸੀ। ਅੱਜ ਕੀ ਹੋ ਗਿਆ ਹੈ? ਇਸ ਤੋਂ ਪਹਿਲਾਂ ਕਿ ਕੁਝ ਪੁੱਛਦੇ ਘਰ ਦੇ ਸਾਰੇ ਬੱਚਿਆਂ ਨੂੰ ਸਭ ਤੋਂ ਅੰਦਰ ਵਾਲੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਇਸ ਕਮਰੇ ਦਾ ਦਰਵਾਜ਼ਾ ਬਹੁਤ ਮੁਸ਼ਕਲ ਨਾਲ ਬੰਦ ਹੁੰਦਾ ਸੀ। ਕਈ ਸਾਲਾਂ ਤੋਂ ਬੰਦ ਵੀ ਨਹੀਂ ਕੀਤਾ ਸੀ। ਅੱਜ ਪਾਪਾ ਨੇ ਪੂਰਾ ਜ਼ੋਰ ਲਾ ਕੇ ਬੰਦ ਕਰ ਦਿੱਤਾ। ਅਸੀਂ ਸਾਰੇ ਭਰਾ ਭੈਣ ਕਮਰੇ ਵਿੱਚ ਬੰਦ ਸਮਝ ਨਹੀਂ ਪਾ ਰਹੇ ਸੀ ਕਿ ਕੀ ਹੋ ਰਿਹਾ ਹੈ। ਜੇਕਰ ਖੇਡਣ ਵਿੱਚ ਥੋੜੀ ਦੇਰ ਹੋ ਗਈ ਤਾਂ ਕੀ ਇੰਨੀ ਸਜ਼ਾ ਮਿਲੇਗੀ? ਹੁਣ ਵੱਡੀ ਭੈਣ ਸਤਵਿੰਦਰ ਕੌਰ ਨੇ ਦੱਸਿਆ ਕਿ ਬਾਹਰ ਸਿੱਖਾਂ ਦੇ ਨਾਲ ਮਾਰ ਕੁੱਟ ਤੇ ਲੁੱਟ ਘਸੁੱਟ ਹੋ ਰਹੀ ਹੈ। ਲੁੱਟ ਘਸੁੱਟ ਜਿਹਾ ਸ਼ਬਦ ਪਹਿਲੀ ਵਾਰ ਸੁਣਿਆ ਸੀ। ਉਤਸੁਕਤਾ ਵਧਣ ਲੱਗ ਪਈ ਸੀ।
ਮਾਂ ਕੱਪੜੇ ਧੋਣ ਲੱਗ ਪਈ, ਪਰ ਨਾਲ ਹੀ ਧਿਆਨ ਬਾਹਰ ਵੱਲ ਬਣਿਆ ਹੋਇਆ ਸੀ। ਥੋੜੀ ਦੇਰ ਬਾਅਦ ਬਜ਼ੁਰਗ ਮੁਲਤਾਨੀ ਗੁਆਂਢਣ, ਜਿਸ ਨੂੰ ਸਾਰਾ ਮਹੱਲਾ ਭਾਬੀ ਜੀ ਕਹਿ ਕੇ ਸੱਦਦਾ ਸੀ, ਆਉਂਦੀ ਤੇ ਆਪਣੀ ਮੁਲਤਾਨੀ ਭਾਸ਼ਾ ਵਿੱਚ ਕਹਿੰਦੀ ਕਿ ਚਿੰਤਾ ਨਾ ਕਰੋ। ਸਾਰਾ ਮਹੱਲਾ, ਜਾਂ ਕਿਹਾ ਜਾਏ ਕਿ ਪੂਰਾ ਲਾਜਪਤ ਨਗਰ ਹੀ ਦੇਸ਼ ਦੀ ਵੰਡ ਦੇ ਬਾਅਦ ਪਾਕਿਸਤਾਨ ਦੇ ਵੱਲੋਂ ਆਏ ਸਿੱਖਾਂ ਤੇ ਹਿੰਦੂਆਂ ਨੂੰ ਵਸਾਉਣ ਲਈ ਬਣਿਆ ਸੀ। ਆਪਸ ਵਿੱਚ ਇੱਕ ਦਰਦ ਤੇ ਵੰਡ ਦਾ ਰਿਸ਼ਤਾ ਸੀ। ਇਸੇ ਲਈ ਕਦੇ ਬੇਗਾਨਾਪਨ ਮਹਿਸੂਸ ਨਹੀਂ ਸੀ ਹੁੰਦਾ। ਇਸੇ ਭਾਬੀ ਜੀ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਇਹਨਾਂ ਦੀ ਨੂੰਹ ਨੇ ਮੇਰੀ ਮਾਂ ਨੂੰ ਸੱਸ ਦਾ ਦਰਜਾ ਦੇ ਦਿੱਤਾ ਸੀ। ਉਹਨਾਂ ਦੇ ਬੱਚਿਆਂ ਦੇ ਸਾਰੇ ਵਿਆਹਾਂ ਵਿੱਚ ਮੇਰੀ ਮਾਂ ਨੇ ਇਹ ਭੂਮਿਕਾ ਨਿਭਾਈ। ਦਾਦਾ ਜੀ ਵੰਡ ਤੋਂ ਪਹਿਲਾਂ ਲਾਹੌਰ ਦੇ ਕੋਲ ਇੱਕ ਪਿੰਡ ਵਿੱਚ ਖੇਤੀਬਾੜੀ ਕਰਦੇ ਸੀ। ਵੰਡ ਦੇ ਬਾਅਦ ਜਿਵੇਂ ਉੱਥੋਂ ਖਾਲੀ ਹੱਥੀਂ ਲੁੱਟ-ਪੁੱਟ ਕੇ ਇੱਥੇ ਆਏ ਸੀ, ਟੀਨ ਦੀਆਂ ਛੱਤਾਂ ਵਾਲੇ ਘਰ ਮਿਲੇ, ਜਿਨ੍ਹਾਂ ਵਿੱਚ ਸਰਦੀ ਤੇ ਗਰਮੀ ਦੋਵੇਂ ਹੀ ਆਪਣਾ ਪੂਰਾ ਜ਼ੋਰ ਵਿਖਾਉਂਦੀਆਂ। ਇੱਕ ਵਾਰ ਛੱਤ ਤੇ ਪਹੁੰਚ ਕੇ ਕਿਸੇ ਦੇ ਵੀ ਘਰ ਪਹੁੰਚ ਸਕਦੇ ਸੀ। ਪਿਤਾ ਜੀ ਨੂੰ ਬੜੀ ਮੁਸ਼ਕਲ ਨਾਲ CPWD ਵਿੱਚ ਨੌਕਰੀ ਮਿਲੀ ਤਾਂ ਘਰ ਚੱਲਣਾ ਸ਼ੁਰੂ ਹੋਇਆ। ਅਸੀਂ ਭਾਵੇਂ ਸਾਰਾ ਦਿਨ ਲਾਜਪਤ ਨਗਰ ਵਿੱਚ ਘੁੰਮਦੇ ਰਹਿੰਦੇ, ਮਾਂ ਪਰੇਸ਼ਾਨ ਨਹੀਂ ਹੁੰਦੀ ਸੀ। ਪਰ 1 ਨਵੰਬਰ ਨੂੰ ਸਵੇਰ ਤੋਂ ਹੀ ਮਾਹੌਲ ਬਦਲਿਆ ਹੋਇਆ ਲੱਗ ਰਿਹਾ ਸੀ। ਅੱਜ ਚਿੰਤਾ ਹੋ ਰਹੀ ਸੀ। ਘਰ ਦੇ ਸਾਹਮਣੇ ਬਰਸਾਤੀ ਨਾਲਾ ਸੀ ਤੇ ਨਾਲੇ ਦੇ ਉਸ ਪਾਸਿਓਂ ਸ਼ੋਰ ਵੱਧਦਾ ਜਾ ਰਿਹਾ ਸੀ। ਮਾਂ ਨੇ ਪਿਤਾ ਜੀ ਦੇ ਨਾਂ ਵਾਲੀ ਨੇਮ ਪਲੇਟ ਘਰ ਦੇ ਬਾਹਰ ਤੋਂ ਹਟਾ ਦਿੱਤੀ। ਇਸ ਵਾਰ ਭਾਬੀ ਜੀ ਫੇਰ ਆਏ ਤਾਂ ਮਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਵਾਰ-ਵਾਰ ਇਸ ਤਰ੍ਹਾਂ ਨਾ ਆਓ, ਇਸ ਨਾਲ ਵੀ ਭੀੜ ਨੂੰ ਸ਼ੱਕ ਹੋ ਸਕਦਾ ਹੈ ਕਿ ਇਹ ਸਿੱਖਾਂ ਦਾ ਘਰ ਹੈ। ਨਾਲੇ ਦੇ ਇਸ ਪਾਰ ਪੂਰੀ ਗਲੀ ਵਿੱਚ ਇੱਕ ਸਾਡਾ ਹੀ ਘਰ ਸਿੱਖਾਂ ਦਾ ਸੀ। ਨਾਲੇ ਦੇ ਇਸ ਪਾਰ ਹੋਣਾ ਸ਼ਾਇਦ ਵਰਦਾਨ ਬਣ ਗਿਆ ਸੀ। ਜਦੋਂ ਭੀੜ ਦਾ ਸ਼ੋਰ ਵਧਣ ਲੱਗਾ ਤਾਂ ਮਾਂ ਨੇ ਸਾਨੂੰ ਮੁੰਡਿਆਂ ਨੂੰ ਕਮਰੇ ਦੇ ਅੰਦਰ ਹੀ ਪਰਛੱਤੀ ਤੇ ਚੜ੍ਹ ਕੇ ਲੁਕ ਜਾਣ ਲਈ ਕਿਹਾ। ਅਸੀਂ ਹੈਰਾਨ ਕਿ ਵੈਸੇ ਕਦੇ ਲੁਕਾ ਛਿਪੀ ਖੇਡਦੇ ਹੋਏ ਪਰਛੱਤੀ ਤੇ ਚੜ੍ਹ ਜਾਓ ਤਾਂ ਬਹੁਤ ਡਾਂਟ ਪੈਂਦੀ ਹੈ, ਪਰ ਹੁਣ ਖੁਦ ਹੀ ਕਹਿ ਰਹੇ ਨੇ। ਕਾਫੀ ਦੇਰ ਤੱਕ ਅਸੀਂ ਛੋਟੇ ਤਿੰਨੇ ਭਰਾ ਉਸ ਦਮ ਘੁੱਟਣ ਵਾਲੀ ਪਰਛੱਤੀ ਤੇ ਲੁਕੇ ਰਹੇ। ਵੱਡੇ ਭਰਾ ਜਸਬੀਰ ਸਿੰਘ ਨੂੰ ਕਿਸੇ ਹੋਰ ਗੁਆਂਢੀ ਦੇ ਘਰ ਭੇਜ ਦਿੱਤਾ ਗਿਆ ਸੀ। ਬਹੁਤ ਦੇਰ ਤੱਕ ਬੰਦ ਰਹਿਣ ਕਰਕੇ ਸਾਹ ਘੁੱਟ ਰਿਹਾ ਸੀ, ਪਰ ਅੱਜ ਮਾਂ ਰੋਟੀ ਦੇਣਾ ਵੀ ਭੁੱਲ ਗਈ। ਸਵੇਰੇ ਨਾਸ਼ਤਾ ਵੀ ਨਹੀਂ ਸੀ ਕੀਤਾ। ਭੁੱਖ ਦੇ ਮਾਰੇ ਪੇਟ ਵਿੱਚ ਚੂਹੇ ਉਛਲ ਕੂਦ ਕਰ ਰਹੇ ਸੀ। ਅਜੇ ਕਮਰੇ ਵਿੱਚ ਬੰਦ ਹੀ ਸੀ ਕਿ ਭਾਬੀ ਫੇਰ ਆ ਗਈ। ਦੱਸਿਆ ਕਿ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਹੈ ਤੇ ਸਿੱਖਾਂ ਦੀਆਂ ਦੁਕਾਨਾਂ ਨੂੰ ਵੀ ਲੁੱਟ ਕੇ ਅੱਗ ਲਾਈ ਜਾ ਰਹੀ ਹੈ। ਭਾਬੀ ਨੇ ਗੁਆਂਢੀਆਂ ਦੇ ਇੱਕ ਮੁੰਡੇ ਨੂੰ ਜੁੱਤਿਆਂ ਦੇ ਡੱਬੇ ਲਿਆਉਂਦੇ ਹੋਏ ਵੇਖਿਆ ਸੀ। ਉਹ ਸੈਂਟਰਲ ਮਾਰਕੀਟ ਵਿੱਚ ਵੋਲਵਾ ਵਾਲੇ ਸਰਦਾਰ ਜੀ ਦੀ ਲੁੱਟੀ ਜਾ ਰਹੀ ਦੁਕਾਨ ਵਿੱਚੋਂ ਆਪਣੇ ਲਈ 20 ਜੋੜੇ ਜੁੱਤੇ ਲੈ ਆਇਆ ਸੀ। ਇਹ ਗੱਲ ਵੱਖਰੀ ਸੀ ਕਿ ਜਦੋਂ ਸਾਰੇ ਡੱਬਿਆਂ ਵਿੱਚੋਂ ਇੱਕ ਪੈਰ ਦਾ ਹੀ ਜੁੱਤਾ ਨਿਕਲਿਆ ਤਾਂ ਬਹੁਤ ਸ਼ਰਮਿੰਦਾ ਹੋਇਆ। ਗੁਆਂਢੀ ਲੁੱਟਣ ਵਾਲਿਆਂ ਵਿੱਚ ਤਾਂ ਸ਼ਾਮਲ ਨਹੀਂ ਸੀ, ਪਰ ਕੁਝ ਮੁੰਡੇ ਲੱਗੇ ਹੱਥ ਮਾਲ ਸਾਫ਼ ਕਰਨ ਵਿੱਚ ਜ਼ਰੂਰ ਜੁਟ ਗਏ ਸੀ। ਦੇਰ ਰਾਤ ਸਾਨੂੰ ਪਰਛੱਤੀ ਤੋਂ ਉਤਰਨ ਲਈ ਕਿਹਾ ਗਿਆ। ਹੁਣ ਸਭ ਤੋਂ ਵੱਡੇ ਭਰਾ ਗੁਰਚਰਨ ਸਿੰਘ, ਜਿਸ ਦੀ ਬਚਪਨ ਵਿੱਚ ਹੀ ਇੱਕ ਲੱਤ ਪੋਲੀਓ ਕਰਕੇ ਖਰਾਬ ਹੋ ਗਈ ਸੀ, ਨੇ ਨਿਵਾਸਪੁਰੀ ਜਾਣ ਦੀ ਠਾਣ ਲਈ। ਨਿਵਾਸਪੁਰੀ ਵਿੱਚ ਪਿਤਾ ਜੀ ਨੂੰ ਹਾਲ ਵਿੱਚ ਹੀ ਸਰਕਾਰੀ ਕੁਆਟਰ ਮਿਲਿਆ ਸੀ ਤੇ ਗੁਰਚਰਨ ਸਿੰਘ ਉੱਥੇ ਰਹਿ ਕੇ ਹੀ ਪੜ੍ਹਾਈ ਲਿਖਾਈ ਕਰ ਰਿਹਾ ਸੀ। ਪੋਲੀਓ ਤੋਂ ਗ੍ਰਸਤ ਹੋਣ ਦੇ ਬਾਵਜੂਦ ਉਹ ਪੜ੍ਹਾਈ ਵਿੱਚ ਮਿਹਨਤ ਕਰ ਰਿਹਾ ਸੀ ਤੇ BCom ਦੇ ਬਾਅਦ ਹੁਣ ਕੰਪਨੀ ਸੈਕਟਰੀ ਬਣਨ ਦੀ ਤਿਆਰੀ ਵਿੱਚ ਸੀ। ਘਰ ਵਾਲਿਆਂ ਨੇ ਬਹੁਤ ਸਮਝਾਇਆ ਕਿ ਹਾਲਾਤ ਖਰਾਬ ਨੇ ਤੇ ਇਸ ਲਈ ਅੱਜ ਰਾਤ ਇੱਥੇ ਘਰ ਵਿੱਚ ਹੀ ਰਹਿ ਜਾਏ। ਇਸ ਤੇ ਉਸਨੇ ਕਿਹਾ ਕਿ ਮੈਂ ਵਿਕਲਾਂਗ ਵਿਅਕਤੀ ਹਾਂ ਤੇ 3 ਪਹੀਏ ਵਾਲੀ ਸਾਈਕਲ ਤੇ ਜਾ ਰਿਹਾ ਹਾਂ, ਭਲਾ ਮੈਨੂੰ ਕੋਈ ਕੀ ਕਹੇਗਾ। ਉਹਨਾਂ ਨੂੰ ਅਹਿਸਾਸ ਨਹੀਂ ਸੀ ਕਿ ਜਦੋਂ ਵਹਿਸ਼ੀਪਨ ਸਿਰ ਤੇ ਚੜ੍ਹਦਾ ਹੈ ਤਾਂ ਭੀੜ ਇਹ ਭੁੱਲ ਜਾਂਦੀ ਹੈ ਕਿ ਸਾਹਮਣੇ ਵਾਲਾ ਵਿਕਲਾਂਗ ਹੈ ਜਾਂ ਨਹੀਂ। 3 ਪਹੀਏ ਵਾਲੀ ਸਾਈਕਲ ਤੇ ਹੋਵੇ ਜਾਂ 4 ਪਹੀਏ ਵਾਲੀ ਗੱਡੀ ਤੇ। ਘਰ ਤੋਂ ਥੋੜੀ ਦੂਰ ਜਾਂਦਿਆਂ ਹੀ ਉਹਨਾਂ ਤੇ ਹਮਲਾ ਹੋ ਗਿਆ। ਉਹਨਾਂ ਦੀ 3 ਪਹੀਆਂ ਵਾਲੀ ਸਾਈਕਲ ਨੂੰ ਪਲਟ ਦਿੱਤਾ। ਉਹ ਭੱਜ ਨਹੀਂ ਸਕਦੇ ਸੀ। ਪੱਗ ਲਾਹ ਦਿੱਤੀ ਤੇ ਭੀੜ ਨੇ ਡਾਂਗਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਬੁਰੀ ਤਰ੍ਹਾਂ ਕੁੱਟਦੇ ਰਹੇ, ਪਰ ਕੋਈ ਬਚਾਉਣ ਨਾ ਆਇਆ।
ਬਾਅਦ ਵਿੱਚ ਲੋਕਲ ਲੋਕਾਂ ਨੇ ਸਾਈਕਲ ਸਿੱਧੀ ਕਰਕੇ ਉਹਨਾਂ ਨੂੰ ਬਿਠਾਇਆ। ਹੁਣ ਉਹ ਸਰੀਰ ਤੇ ਦਿਲ ਤੇ ਡੂੰਘੀਆਂ ਚੋਟਾਂ ਖਾ ਕੇ ਜਿਵੇਂ ਤਿਵੇਂ ਘਰ ਪਰਤ ਆਏ। ਕਈ ਦਿਨਾਂ ਤੱਕ ਸਦਮੇ ਵਿੱਚ ਰਹੇ। ਮੈਨੂੰ ਅੱਜ ਤੱਕ ਉਹਨਾਂ ਲੋਕਾਂ ਦੀ ਮਾਨਸਿਕਤਾ ਤੇ ਹੈਰਾਨੀ ਹੁੰਦੀ ਹੈ ਜੋ ਕਿਸੇ ਅਪਾਹਜ ਵਿਅਕਤੀ ਨੂੰ ਬਿਨਾਂ ਕਿਸੇ ਕਸੂਰ ਐਵੇਂ ਮਾਰ ਤੱਕ ਸਕਦੇ ਸੀ। ਰੱਬ ਦਾ ਨਾਂ ਲੈਂਦੇ ਲੈਂਦੇ ਦਿਨ ਬੀਤਿਆ ਤਾਂ ਅਗਲੇ ਦਿਨ ਸਵੇਰੇ ਮਾਸੀ ਜੀ ਦਾ ਫਿਰ ਫੋਨ ਆਇਆ ਕਿ ਹਯਾਤ ਹੋਟਲ ਦੇ ਟੈਕਸੀ ਸਟੈਂਡ ਤੇ ਮਾਂ ਦੇ ਛੋਟੇ ਭਰਾ ਤੇ ਸਾਡੇ ਮਾਮਾ ਗੁਲਜ਼ਾਰ ਸਿੰਘ ਤੇ ਹੋਰ ਸਿੱਖ ਡਰਾਈਵਰਾਂ ਤੇ ਭੀੜ ਨੇ ਹਮਲਾ ਕੀਤਾ ਸੀ। ਮਾਮਾ ਜੀ ਉੱਥੇ ਆਪਣੀ ਟੈਕਸੀ ਚਲਾਉਂਦੇ ਸੀ ਜੋ ਕਿ ਨਾਨਾ ਜੀ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਖਰਚ ਕਰਕੇ ਉਹਨਾਂ ਨੂੰ ਲੈ ਕੇ ਦਿੱਤੀ ਸੀ। ਨਾਨਾ ਜੀ ਵੰਡ ਤੋਂ ਪਹਿਲਾਂ ਬਲੋਚਿਸਤਾਨ ਵਿੱਚ ਕੰਮ ਕਰਕੇ ਆਏ ਸੀ। ਦੰਗਾਈਆਂ ਨੇ ਬਹੁਤ ਮਾਰਿਆ। ਸਾਰੇ ਕੱਪੜੇ ਖੂਨ ਨਾਲ ਭਰ ਗਏ ਤਾਂ ਦੰਗਾਈ ਮਰਿਆ ਹੋਇਆ ਸਮਝ ਕੇ ਛੱਡ ਗਏ। ਮਾਮਾ ਜੀ ਤਕੜੇ ਜਵਾਨ ਸੀ। ਜੇਕਰ 4-5 ਦੰਗਾਈ ਵੀ ਰਹੇ ਹੁੰਦੇ ਤਾਂ ਇਕੱਲਿਆਂ ਹੀ ਨਿਬੜ ਲੈਂਦੇ, ਪਰ ਭੀੜ ਦਾ ਹਜੂਮ ਸੈਂਕੜਿਆਂ ਵਿੱਚ ਸੀ। ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਬਾਵਜੂਦ ਸਰਕਾਰੀ ਹਸਪਤਾਲ ਲੈ ਕੇ ਜਾਣ ਦਾ ਕੋਈ ਹਾਲ ਨਹੀਂ ਸੀ। ਸਭ ਤੋਂ ਨੇੜੇ ਏਮਸ ਪੈਂਦਾ ਸੀ, ਪਰ ਏਮਸ ਵਿੱਚ ਤਾਂ ਰਾਸ਼ਟਰਪਤੀ ਦੇ ਕਾਫਲੇ ਤੇ ਹੀ ਹਮਲਾ ਹੋ ਗਿਆ ਸੀ। ਆਮ ਸਿੱਖ ਦੀ ਕੀ ਹੈਸੀਅਤ? ਪਤਾ ਕੀਤਾ ਤਾਂ ਪਾਇਆ ਕਿ ਸਰਕਾਰੀ ਹਸਪਤਾਲਾਂ ਵਿੱਚ ਸਿੱਖ ਮਰੀਜ਼ਾਂ ਨੂੰ ਦਾਖਲ ਹੀ ਨਹੀਂ ਕੀਤਾ ਜਾ ਰਿਹਾ। ਮਨੁੱਖਤਾ ਇੰਨੀ ਹੇਠਾਂ ਡਿੱਗ ਚੁੱਕੀ ਸੀ ਕਿ ਸਰਕਾਰੀ ਹਸਪਤਾਲਾਂ ਨੇ ਆਪਣੇ ਬਰਨਿੰਗ ਵਾਰਡ ਹੀ ਬੰਦ ਕਰ ਦਿੱਤੇ। ਦਿੱਲੀ ਵਿੱਚ ਸਿੱਖਾਂ ਨੂੰ ਟਾਇਰ ਪਾ ਕੇ ਸਾੜਿਆ ਜਾ ਰਿਹਾ ਸੀ ਤੇ ਜੇਕਰ ਕੋਈ ਵਿਚਾਰਾ ਸੜੇ ਹੋਏ ਜ਼ਖਮੀ ਸਿੱਖ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਵੀ ਜਾਂਦਾ ਤਾਂ ਬਰਨਿੰਗ ਵਾਰਡ ਬੰਦ ਹੋਣ ਦੀ ਗੱਲ ਕਹਿ ਕੇ ਹਸਪਤਾਲ ਦੇ ਬੂਹੇ ਤੋਂ ਹੀ ਮੋੜ ਦਿੱਤਾ ਜਾਂਦਾ। ਇਸ ਤਰ੍ਹਾਂ ਦੇ ਸੜੇ ਹੋਏ ਸੈਂਕੜੇ ਜ਼ਖਮੀ ਸਿੱਖ ਜੋ ਹਸਪਤਾਲ ਦੇ ਬੂਹੇ ਤੋਂ ਪਰਤਾ ਦਿੱਤੇ ਗਏ ਵਾਪਸ ਘਰ ਜਾਂਦੇ ਹੋਏ ਕਤਲੇਆਮ ਦੇ ਸ਼ਿਕਾਰ ਹੋ ਗਏ ਸੀ। ਡਾਕਟਰੀ ਉੱਤੇ ਵੀ ਫਿਰਕੂਪਨ ਹਾਵੀ ਹੋ ਚੁੱਕਾ ਸੀ। ਸ਼ਾਇਦ ਹਸਪਤਾਲ ਪ੍ਰਬੰਧਕਾਂ ਨੂੰ ਲੱਗ ਰਿਹਾ ਸੀ ਕਿ ਜਦੋਂ ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਸਿੱਖਾਂ ਦੇ ਖਿਲਾਫ ਹੈ ਤਾਂ ਸਰਕਾਰੀ ਹਸਪਤਾਲ ਕਿਵੇਂ ਉਹਨਾਂ ਦੇ ਨਾਲ ਹੋ ਸਕਦੇ ਹਨ। ਸਰਦਾਰ ਤਾਂ ਗਦਾਰ ਨੇ ਤੇ ਇਹਨਾਂ ਦਾ ਇਲਾਜ ਕਰਨਾ ਦੇਸ਼ ਦੇ ਖਿਲਾਫ ਹੋਵੇਗਾ। ਮਾਸੀ ਜੀ ਨੇ ਮਾਮਾ ਜੀ ਨੂੰ ਆਪਣੇ ਘਰ ਵਿੱਚ ਹੀ ਰੱਖ ਲਿਆ। ਹਸਪਤਾਲ ਲੈ ਕੇ ਜਾ ਨਹੀਂ ਸੀ ਸਕਦੇ। ਡਾਕਟਰ ਇਲਾਜ ਕਰੇਗਾ ਨਹੀਂ। ਭੀੜ ਨੇ ਵੇਖ ਲਿਆ ਤਾਂ ਉਲਟੇ ਲੈਣੇ ਦੇ ਦੇਣੇ ਪੈ ਜਾਣਗੇ। ਨਾਲ ਹੀ ਹਸਪਤਾਲ ਵਾਲੇ ਵੀ ਲੈਣ ਤੋਂ ਮਨਾ ਕਰ ਰਹੇ ਸੀ। ਕੀ ਕਰੀਏ? ਕਿਸੇ ਤਰ੍ਹਾਂ ਨੇੜੇ ਰਹਿੰਦੀ ਇੱਕ ਪ੍ਰਾਈਵੇਟ ਈਸਾਈ ਨਰਸ ਦੇ ਹੱਥ ਪੈਰ ਜੋੜੇ ਗਏ। ਉਹ ਨਰਸ ਰਾਤ ਨੂੰ ਛੁਪ ਕੇ ਆਉਂਦੀ ਤੇ ਮਾਮਾ ਜੀ ਦੀ ਮਲਮ ਪੱਟੀ ਕਰਦੀ। ਸਾਰੇ ਸਰੀਰ ਤੇ ਜ਼ਖਮ ਸਨ, ਪਰ ਡਾਕਟਰ ਦੀ ਬਜਾਏ ਨਰਸ ਹੀ ਇਲਾਜ ਕਰ ਰਹੀ ਸੀ। ਨਰਸ ਸਮਝਦਾਰ ਸੀ ਤੇ ਜਾਣਦੀ ਸੀ ਕਿ ਅਜਿਹੇ ਮਰੀਜ਼ ਨੂੰ ਕਿਹੜੀਆਂ ਦਵਾਈਆਂ ਤੇ ਟੀਕੇ ਦੇਣੇ ਹਨ। ਹੁਣ ਮੈਂ 2 ਨਵੰਬਰ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਕਰਫਿਊ ਲੱਗਦੇ ਵੇਖ ਰਿਹਾ ਸੀ। ਪੁਲਿਸ ਦੀ ਇੱਕ ਜੀਪ ਇਹ ਐਲਾਨ ਕਰਦੇ ਹੋਏ ਨਿਕਲੀ ਕਿ ਸਾਰੇ ਲੋਕ ਘਰਾਂ ਦੇ ਅੰਦਰ ਚਲੇ ਜਾਣ, ਅੱਧੇ ਘੰਟੇ ਵਿੱਚ ਕਰਫਿਊ ਲੱਗਣ ਵਾਲਾ ਹੈ। ਮਾਂ ਕਹਿਣ ਲੱਗੀ ਕਿ ਹੁਣ ਸਭ ਠੀਕ ਹੋ ਜਾਵੇਗਾ। ਕਰਫਿਊ ਲੱਗਣ ਦੇ ਬਾਅਦ ਭੀੜ ਹਮਲਾ ਨਹੀਂ ਕਰੇਗੀ, ਪਰ ਅਸੀਂ ਇੰਤਜ਼ਾਰ ਹੀ ਕਰਦੇ ਰਹਿ ਗਏ ਤੇ ਕਰਫਿਊ ਲੱਗਿਆ ਹੀ ਨਹੀਂ। ਸੁਣਿਆ ਸੀ ਕਿ ਕਰਫਿਊ ਲੱਗਣ ਤੇ ਜੇਕਰ ਕੋਈ ਬਾਹਰ ਦਿਖਾਈ ਦੇ ਜਾਵੇ ਤਾਂ ਪੁਲਿਸ ਗੋਲੀ ਮਾਰ ਦਿੰਦੀ ਹੈ, ਪਰ ਇੱਥੇ ਤਾਂ ਕਰਫਿਊ ਲਾਉਣ ਲਈ ਜਿਵੇਂ ਹੀ ਪੁਲਿਸ ਦੀ ਜੀਪ ਆਉਂਦੀ ਤਾਂ ਲੋਕ ਹੋਰ ਜ਼ਿਆਦਾ ਘਰਾਂ ਤੋਂ ਬਾਹਰ ਆ ਜਾਂਦੇ ਸੀ। ਇਹ ਕਿਹੋ ਜਿਹਾ ਕਰਫਿਊ ਸੀ? ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਸੀ ਕਰ ਰਹੀ? ਮਾਂ ਤੋਂ ਪੁੱਛਿਆ। ਉਸ ਕੋਲ ਕੋਈ ਜਵਾਬ ਨਹੀਂ ਸੀ। ਅੱਜ ਵੀ ਲੁੱਟ ਖਸੁੱਟ ਹੋਈ, ਪਰ ਬੀਤੇ ਕੱਲ ਦੇ ਮੁਕਾਬਲੇ ਘੱਟ ਸੀ। ਇਹੀ ਸੁਣਿਆ ਕਿ ਲਾਜਪਤ ਨਗਰ ਵਿੱਚ ਸਿੱਖਾਂ ਦੇ ਨਾਲ ਇਹ ਸਭ ਜੋ ਹੋ ਰਿਹਾ ਸੀ ਉਸ ਦੇ ਪਿੱਛੇ ਲੋਕਲ ਕਾਂਗਰਸੀ ਨੇਤਾਵਾਂ ਦਾ ਵੀ ਹੱਥ ਸੀ। ਹੁਣ 3 ਕੁ ਦਿਨਾਂ ਬਾਅਦ ਰਾਤ ਨੂੰ ਗੈਰ ਸਿੱਖ ਮੁਹੱਲੇ ਵਾਲਿਆਂ ਨੇ ਮੋਰਚਾ ਬੰਨ੍ਹਣਾ ਸ਼ੁਰੂ ਕਰ ਦਿੱਤਾ ਸੀ। ਕਿਹਾ ਗਿਆ ਕਿ ਭੀੜ ਨੇ ਹਮਲਾ ਕੀਤਾ ਤਾਂ ਅਸੀਂ ਖੁਦ ਬਚਾਅ ਕਰਾਂਗੇ। ਮੋਰਚਾ ਘਰ ਦੇ ਬਿਲਕੁਲ ਨੇੜੇ ਹੀ ਬੰਨ੍ਹਿਆ ਜਾ ਰਿਹਾ ਸੀ। ਇਸ ਲਈ ਮਾਂ ਤੋਂ ਅੱਖ ਬਚਾ ਕੇ ਮੈਂ ਵੀ ਉੱਥੇ ਪਹੁੰਚ ਗਿਆ। ਉਹ ਲੋਕ ਹੈਰਾਨ ਸੀ ਤੇ ਮੈਨੂੰ ਬਹੁਤ ਅਜੀਬ ਢੰਗ ਨਾਲ ਵੇਖ ਰਹੇ ਸੀ। ਬਾਅਦ ਵਿੱਚ ਪਤਾ ਲੱਗਾ ਕਿ ਮੁਹੱਲੇ ਵਾਲਿਆਂ ਨੂੰ
ਦੰਗਾਈਆਂ ਤੋਂ ਵੱਧ ਸਿੱਖਾਂ ਦੇ ਹਮਲੇ ਦਾ ਡਰ ਸਤਾ ਰਿਹਾ ਸੀ। ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਕਿ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਪੰਜਾਬ ਤੋਂ ਸਿੱਖਾਂ ਦੀ ਰੇਲ ਆ ਰਹੀ ਹੈ ਤੇ ਸਿੱਖ ਕਦੇ ਵੀ ਕਿਧਰੋਂ ਵੀ ਹਮਲਾ ਕਰ ਸਕਦੇ ਹਨ। ਇਹ ਅਫਵਾਹ ਵੀ ਸੁਣਨ ਵਿੱਚ ਆਈ ਕਿ ਸਿੱਖਾਂ ਨੇ ਪਾਣੀ ਦੀ ਵੱਡੀ ਟੈਂਕੀ ਵਿੱਚ ਜ਼ਹਿਰ ਮਿਲਾ ਦਿੱਤਾ ਹੈ। ਮੈਂ ਕਿਸੇ ਨੂੰ ਪੁੱਛਿਆ ਕਿ ਕਿੱਥੇ ਮਿਲਾਇਆ ਹੈ ਤਾਂ ਉਸਨੇ ਪੂਰੇ ਲਾਜਪਤ ਨਗਰ ਨੂੰ ਪਾਣੀ ਦੀ ਸਪਲਾਈ ਕਰਨ ਵਾਲੀ ਟੈਂਕੀ ਵੱਲ ਇਸ਼ਾਰਾ ਕਰ ਦਿੱਤਾ। ਮੈਨੂੰ ਭਰੋਸਾ ਹੀ ਨਹੀਂ ਹੋਇਆ। ਲੱਗਿਆ ਕਿ ਇੰਨੀ ਵੱਡੀ ਟੈਂਕੀ ਤੇ ਚੜ੍ਹ ਕੇ ਭਲਾ ਕੌਣ ਜ਼ਹਿਰ ਮਿਲਾ ਸਕਦਾ ਹੈ, ਅਤੇ ਜੇਕਰ ਜ਼ਹਿਰ ਮਿਲਾ ਵੀ ਦਿੱਤਾ ਤਾਂ ਕਿ ਉਹ ਪਾਣੀ ਸਿੱਖਾਂ ਦੇ ਘਰਾਂ ਵਿੱਚ ਨਹੀਂ ਜਾਵੇਗਾ। ਮੈਂ ਵੀ ਘਰ ਤੋਂ ਪਾਣੀ ਪੀ ਕੇ ਆਇਆ ਸੀ। ਹੁਣ ਜ਼ਹਿਰ ਮਿਲਾਉਣ ਵਾਲੇ ਤੇ ਗੁੱਸਾ ਆ ਰਿਹਾ ਸੀ। ਬਾਅਦ ਵਿੱਚ ਪਤਾ ਲੱਗਾ ਕਿ ਇਹ ਸਿਰਫ ਅਫਵਾਹ ਸੀ ਤਾਂ ਕਿ ਸਿੱਖਾਂ ਦੇ ਪ੍ਰਤੀ ਹਮਦਰਦੀ ਹੀ ਨਾ ਪੈਦਾ ਹੋ ਸਕੇ। 3-4 ਦਿਨਾਂ ਬਾਅਦ ਸਕੂਲ ਗਿਆ ਤਾਂ ਗੁਰਦੁਆਰਾ ਸਾਹਿਬ ਨੂੰ ਹੋਇਆ ਨੁਕਸਾਨ ਵੇਖ ਕੇ ਮੈਂ ਰੋ ਪਿਆ। ਸਕੂਲ ਵਿੱਚ ਵੀ ਕਤਲੇਆਮ ਦੀਆਂ ਹੀ ਗੱਲਾਂ ਹੁੰਦੀਆਂ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆਇਆ ਤਾਂ ਇਸ ਵਾਰ ਪ੍ਰਭਾਤ ਫੇਰੀਆਂ ਵੀ ਨਹੀਂ ਕੱਢੀਆਂ ਗਈਆਂ। ਇਸੇ ਦੌਰਾਨ ਜਮਨਾ ਪਾਰ ਹੋਏ ਸਿੱਖਾਂ ਦੇ ਕਤਲੇਆਮ ਦੀਆਂ ਦਰਦਨਾਕ ਕਹਾਣੀਆਂ ਵੀ ਪਤਾ ਲੱਗਣ ਲੱਗੀਆਂ, ਜੋ ਬਹੁਤ ਚੋਟ ਪਹੁੰਚਾ ਰਹੀਆਂ ਸਨ। ਸਿੱਖ ਇਹਨਾਂ ਦੰਗਿਆਂ ਤੋਂ ਲੰਮੇ ਸਮੇਂ ਤੱਕ ਗਹਿਰੇ ਸਦਮੇ ਵਿੱਚ ਰਹੇ। ਸਿੱਖ ਖੁਦ ਨੂੰ ਇੱਕ ਮਾਰਸ਼ਲ ਕੌਮ ਮੰਨਦੇ ਹਨ ਤੇ ਐਸੇ ਵਿੱਚ ਇਸ ਤਰ੍ਹਾਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋ ਜਾਣ ਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਸੀ। ਹਾਂ, ਹੁਣ ਗੁਰਦੁਆਰਿਆਂ ਦੀ ਸੁਰੱਖਿਆ ਲਈ ਨੌਜਵਾਨਾਂ ਦੇ ਜਥੇ ਬਣਾਉਣ ਦੀਆਂ ਗੱਲਾਂ ਹੋਣ ਲੱਗੀਆਂ। ਸਿੱਖ ਉਵੇਂ ਹੀ ਮਹਿਸੂਸ ਕਰ ਰਹੇ ਸੀ ਜਿਵੇਂ ਨਾਜ਼ੀ ਜਰਮਨੀ ਵਿੱਚ ਯਹੂਦੀਆਂ ਨੇ ਮਹਿਸੂਸ ਕੀਤਾ ਹੋਵੇਗਾ। ਜਦੋਂ ਵੀ ਕੋਈ ਸਕਾ ਸੰਬੰਧੀ ਆਉਂਦਾ ਜਾਂ ਕਿਧਰੇ ਵੀ ਦੋ ਸਿੱਖ ਮਿਲਦੇ ਤਾਂ 1984 ਨੂੰ ਛੱਡ ਕੇ ਕੋਈ ਹੋਰ ਗੱਲ ਨਾ ਹੁੰਦੀ। ਕਤਲੇਆਮ ਦੇ ਬਾਅਦ ਜਦੋਂ ਦੀਵਾਲੀ ਆਈ ਤਾਂ ਸ਼ਾਇਦ ਹੀ ਕਿਸੇ ਸਿੱਖ ਨੇ ਆਪਣੇ ਘਰ ਵਿੱਚ ਦੀਵਾ ਬਾਲਿਆ ਹੋਵੇਗਾ। ਜਦੋਂ ਦਿਲ ਬਲ ਰਹੇ ਸੀ ਤਾਂ ਭਲਾ ਕੋਈ ਦੀਵਾਲੀ ਕੀ ਮਨਾਉਂਦਾ। ਸਿੱਖ ਸਦਮੇ ਤੋਂ ਬਾਹਰ ਆਉਣ ਲਈ ਇਹੀ ਗੱਲਾਂ ਕਰਦੇ ਕਿ ਸੁੱਤੇ ਹੋਏ ਸ਼ੇਰ ਦੀ ਮੁੱਛ ਤੇ ਹੱਥ ਪਾਇਆ। ਸੋਚਿਆ ਨਹੀਂ ਸੀ ਕਿ ਇਹ ਲੋਕ ਇੰਨੇ ਹੇਠਾਂ ਡਿੱਗ ਜਾਣਗੇ, ਪਰ ਹੁਣ ਜਾਗ ਗਏ ਹਾਂ ਹਮਲਾ ਕਰਕੇ ਵਿਖਾਉਣ। ਸਿੱਖਾਂ ਦੀ ਮਾਨਸਿਕਤਾ ਤੇ ਕਰੜੀ ਸੱਟ ਵੱਜੀ ਸੀ। ਇਸੇ ਵਿੱਚ ਹੀ ਇੱਕ ਦਿਨ ਗੁਰਦੁਆਰਾ ਬੰਗਲਾ ਸਾਹਿਬ ਗਏ ਤਾਂ ਵੇਖਿਆ ਕਿ ਨਿਸ਼ਾਨ ਸਾਹਿਬ ਤੇ ਇੱਕ ਬਾਜ ਆ ਕੇ ਬੈਠ ਗਿਆ ਹੈ। ਬਸ ਸਾਰੇ ਸਿੱਖ ਉਸ ਨੂੰ ਵੇਖ ਕੇ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ ਆਇਆ ਹੈ ਤੇ ਹੁਣ ਸਿੱਖਾਂ ਦੇ ਦੁਸ਼ਮਣਾਂ ਦੀ ਖੈਰ ਨਹੀਂ ਹੈ। ਦਿੱਲੀ ਵਿੱਚ ਸਿੱਖ ਟੁੱਟਿਆ ਹੋਇਆ ਮਨੋਬਲ ਹਾਸਲ ਕਰਨ ਲਈ ਹਰ ਕੋਸ਼ਿਸ਼ ਕਰ ਰਹੇ ਸਨ। ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿੱਚ ਹੀ ਇਹ ਦਰਦ ਸਾਹਮਣੇ ਆਉਂਦਾ ਰਹਿੰਦਾ ਸੀ। ਮੈਨੂੰ ਯਾਦ ਹੈ ਕਿ ਲਾਜਪਤ ਨਗਰ ਵਿੱਚ ਇੱਕ ਰਾਤ ਨੂੰ ਕੀਰਤਨ ਦਰਬਾਰ ਹੋਇਆ ਤਾਂ ਪੁਲਿਸ ਆ ਕੇ ਸਪੀਕਰ ਬੰਦ ਕਰਨ ਨੂੰ ਕਹਿਣ ਲੱਗੀ। ਪੁਲਿਸ ਦਾ ਕਹਿਣਾ ਸੀ ਕਿ ਗੁਆਂਢੀਆਂ ਨੇ ਤੇਜ਼ ਸਪੀਕਰ ਚੱਲਣ ਬਾਰੇ ਸ਼ਿਕਾਇਤ ਕੀਤੀ ਹੈ। ਸਿੱਖ ਬੇਹੱਦ ਮਾਯੂਸ ਹੋਏ, ਕਿਹਾ ਕਿ ਅਸੀਂ ਤਾਂ ਰਾਤ 12:30 ਵਜੇ ਤੱਕ ਹੀ ਪ੍ਰੋਗਰਾਮ ਕਰ ਰਹੇ ਹਾਂ ਤਾਂ ਰੋਕਣ ਆ ਗਏ ਹੋ, ਪਰ ਜੋ ਕਈ ਦਿਨ ਲਗਾਤਾਰ ਸਾਰੀ ਰਾਤ ਭਗਵਤੀ ਜਾਗਰਣ ਚੱਲਦੇ ਹਨ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਵਾਉਂਦੇ। ਸਿੱਖਾਂ ਨੇ ਤਾਂ ਕਦੇ ਜਾਗਰਣ ਦੀ ਸ਼ਿਕਾਇਤ ਨਹੀਂ ਕੀਤੀ। ਤਕਰੀਬਨ 10 ਦਿਨਾਂ ਬਾਅਦ ਸਾਨੂੰ ਘਰ ਦੇ ਨੇੜੇ ਪਾਰਕ ਵਿੱਚ ਖੇਡਣ ਜਾਣ ਦੀ ਇਜਾਜ਼ਤ ਮਿਲ ਗਈ। ਘਰ ਬੈਠੇ ਬੈਠੇ ਸਾਡਾ ਦਮ ਘੁੱਟਣ ਲੱਗ ਪਿਆ ਸੀ। ਪਾਰਕ ਤਾਂ ਸਾਡੀ ਜਾਨ ਸੀ। ਖੇਡੇ ਬਿਨਾਂ ਨੀਂਦ ਨਹੀਂ ਆਉਂਦੀ ਸੀ। ਤਿੰਨੇ ਭਰਾ ਕਈ ਦਿਨਾਂ ਬਾਅਦ ਪਾਰਕ ਵਿੱਚ ਖੇਡਣ ਗਏ, ਪਰ ਅੱਜ ਸਾਰਿਆਂ ਬੱਚਿਆਂ ਨੇ ਕ੍ਰਿਕਟ ਖੇਡਣ ਦੀ ਬਜਾਏ ਮਾਰਨ ਪਿੱਟੀ ਖੇਡਣ ਦਾ ਮਨ ਬਣਾ ਲਿਆ ਸੀ। ਇੱਕ ਅਜਿਹੀ ਖੇਡ ਸੀ ਜਿਸ ਵਿੱਚ ਇੱਕ ਦੂਜੇ ਨੂੰ ਗੇਂਦ ਮਾਰਦੇ ਹਨ। ਇਹ ਲਾਲ ਗੇਂਦ 50 ਪੈਸਿਆਂ ਦੀ ਆਉਂਦੀ ਸੀ, ਪਰ ਲੱਗਦੀ ਬਹੁਤ ਤੇਜ਼ ਸੀ। ਖੈਰ, ਖੇਡ ਸ਼ੁਰੂ ਹੋ ਗਿਆ। ਅਸੀਂ ਤਿੰਨੇ ਭਰਾ ਬਹੁਤ ਚੁਸਤ ਸੀ, ਪਰ ਇਹ ਕੀ ਅੱਜ ਗੇਂਦ ਬਹੁਤ ਜ਼ਿਆਦਾ ਹੀ ਲੱਗ ਰਹੀ ਸੀ। ਧਿਆਨ ਗਿਆ ਕਿ ਬਾਕੀ ਸਾਰੇ ਬੱਚੇ ਅੱਜ ਅੰਦਰ ਖਾਤੇ ਮਿਲੇ ਹੋਏ ਨੇ ਤੇ ਸਾਨੂੰ ਤਿੰਨਾਂ ਭਰਾਵਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੋਈ ਵੀ ਦੂਜਾ ਬੱਚਾ ਸਿਵਾਏ ਸਾਡੇ ਤਿੰਨਾਂ ਭਰਾਵਾਂ ਦੇ ਕਿਸੇ ਹੋਰ ਨੂੰ ਨਿਸ਼ਾਨਾ ਹੀ ਨਹੀਂ ਬਣਾ ਰਿਹਾ। ਜੇਕਰ ਦੂਜੇ ਦੇ ਵੱਲ ਗੇਂਦ ਸੁੱਟਦਾ ਵੀ ਹੈ ਤਾਂ ਇਸ ਤਰ੍ਹਾਂ ਕਿ ਉਸ ਨੂੰ ਲੱਗੇ ਨਹੀਂ, ਬਲਕਿ ਉਹ ਆਰਾਮ ਨਾਲ ਫੜ ਕੇ ਸਾਨੂੰ ਨਿਸ਼ਾਨਾ ਬਣਾ ਸਕੇ। ਹੁਣ ਕੀ ਕਰੀਏ? ਖੇਡ ਛੱਡ ਦਈਏ ਜਾਂ ਪਿੱਟਦੇ ਰਹੀਏ? ਮੈਦਾਨ ਛੱਡਣ ਦੀ ਆਦਤ ਸਾਡੇ ਵਿੱਚ ਸ਼ੁਰੂ ਤੋਂ ਹੀ ਨਹੀਂ ਸੀ।
ਬੇਹੱਦ ਤੇਜ਼ੀ ਨਾਲ ਅਸੀਂ ਤਿੰਨਾਂ ਭਰਾਵਾਂ ਨੇ ਵੀ ਬਾਕੀ ਬੱਚਿਆਂ ਨੂੰ ਤਰਤੀਬ ਨਾਲ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਅੱਜ ਜਿਵੇਂ ਖੇਡ ਨਹੀਂ ਬਲਕਿ ਜੰਗ ਹੋ ਰਹੀ ਸੀ। ਹਾਰ ਮੰਨਣ ਦਾ ਸਵਾਲ ਹੀ ਨਹੀਂ ਸੀ। ਰਬੜ ਦੀ ਉਸ ਗੇਂਦ ਨੇ ਕਿੰਨੀ ਵਾਰ ਮਾਰਿਆ ਇਹ ਤਾਂ ਯਾਦ ਨਹੀਂ, ਪਰ ਦਰਦ ਕਾਫੀ ਹੋਇਆ ਸੀ। ਉਸ ਵਕਤ ਇੰਜ ਵਿਖਾਇਆ ਜਿਵੇਂ ਕੋਈ ਦਰਦ ਨਹੀਂ ਹੋ ਰਿਹਾ। ਖੈਰ, ਇਹ ਸੋਚ ਕੇ ਕਿ ਮਾਰਨ ਪਿੱਟੀ ਤਾਂ ਖੇਡ ਹੀ ਐਸਾ ਹੈ, ਪਾਰਕ ਤੋਂ ਵਾਪਸ ਆਏ ਤੇ ਭੁੱਲ ਵੀ ਗਏ। ਕਰਦੇ ਵੀ ਕੀ, ਖੇਡਣ ਲਈ ਚੰਨ ਤੇ ਤਾਂ ਜਾ ਨਹੀਂ ਸਕਦੇ ਸੀ, ਇਹਨਾਂ ਦੇ ਨਾਲ ਹੀ ਖੇਡਣਾ ਸੀ। ਬਚਪਨ ਵਿੱਚ ਅਸੀਂ ਤਿੰਨ ਭਰਾਵਾਂ ਦੀ ਗੁਆਂਢ ਦੀ ਅਜਬ ਆਂਟੀ ਤੇ ਤਿੰਨ ਪੁੱਤਰਾਂ ਨਾਲ ਬਹੁਤ ਬਣਦੀ ਸੀ। ਵੈਸੇ ਵੀ ਇੱਕੋ ਉਮਰ ਦੇ ਸੀ ਤੇ ਇੱਕ ਹੀ ਸਕੂਲ ਵਿੱਚ ਪੜ੍ਹਨ ਜਾਂਦੇ ਸੀ। ਇਕੱਠੇ ਰਹਿਣਾ, ਇਕੱਠਿਆਂ ਸਕੂਲ ਜਾਣਾ, ਇਕੱਠਿਆਂ ਖੇਡਣਾ, ਇਕੱਠਿਆਂ ਹੀ ਰਾਮਚੰਦਰ ਅੰਕਲ ਤੇ ਰੌਸ਼ਨੀ ਆਂਟੀ ਦੇ ਅਮਰੂਦ ਛਿਪ ਕੇ ਤੋੜਨਾ। ਹੁਣ ਖੇਡਾਂਗੇ ਤਾਂ ਲੜਾਈ ਝਗੜਾ ਵੀ ਹੋਵੇਗਾ। ਲੜਾਈ ਝਗੜੇ ਪਹਿਲਾਂ ਵੀ ਹੁੰਦੇ ਸੀ, ਪਰ ਹੁਣ ਇਹ ਤਿੰਨੇ ਸਾਨੂੰ ਚੜਾਉਣ ਲਈ ਸਰਦਾਰਾਂ ਦੇ 12 ਵੱਜ ਗਏ, ਜੂੜੀ ਤੇ ਹੋਰ ਭੈੜੇ ਸ਼ਬਦਾਂ ਦੀ ਵਰਤੋਂ ਕਰਨ ਲੱਗ ਪਏ ਸੀ। ਪਹਿਲਾਂ ਦੇ ਲੜਾਈ ਝਗੜਿਆਂ ਵਿੱਚ ਭਾਵੇਂ ਚੋਟ ਲੱਗ ਜਾਏ, ਪਰ ਇੰਨਾ ਦੁੱਖ ਨਹੀਂ ਹੁੰਦਾ ਸੀ ਜਿੰਨਾ ਇਹ ਸ਼ਬਦ ਦਿਲ ਨੂੰ ਚੀਰਦੇ ਸੀ। ਅਸੀਂ ਵੀ 12 ਵਜੂ ਦੇ ਜਵਾਬ ਵਿੱਚ ਇਹਨਾਂ ਨੂੰ 2:30 ਵਜੂ ਕਹਿਣਾ ਸ਼ੁਰੂ ਕਰ ਦਿੱਤਾ। ਇਹ ਜੈਸੇ ਨੂੰ ਤੈਸਾ ਸੀ, ਪਰ ਬੁਰਾ ਤਾਂ ਫਿਰ ਵੀ ਲੱਗਦਾ ਹੀ ਸੀ। ਇੱਕ ਦਿਨ ਮਾਂ ਤੋਂ ਪੁੱਛਿਆ ਕਿ ਇਹ ਸਰਦਾਰਾਂ ਦੇ 12 ਵਜੇ ਕਿਉਂ ਕਹਿੰਦੇ ਨੇ, ਤਾਂ ਮਾਂ ਨੇ ਦੱਸਿਆ ਕਿ ਪੁੱਤਰ, ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਸਿੱਖਾਂ ਦੀ ਤਾਕਤ ਬੇਹੱਦ ਘੱਟ ਸੀ ਅਤੇ ਉਸ ਨੂੰ ਦੇਸ਼ ਵਿੱਚ ਲੁੱਟ ਖਸੁੱਟ ਤੇ ਮਾਰ ਕਾਟ ਤੋਂ ਰੋਕਣ ਵਾਲੀ ਕੋਈ ਸ਼ਕਤੀ ਨਹੀਂ ਸੀ। ਉਸ ਨੇ ਮਰਾਠਿਆਂ ਨੂੰ ਵੀ ਮਾਤ ਦੇ ਦਿੱਤੀ ਸੀ। ਤਾਂ ਸਿੱਖਾਂ ਨੇ ਗੋਰੀਲਾ ਯੁੱਧ ਅਪਣਾਇਆ ਅਤੇ ਅਬਦਾਲੀ ਦੇ ਵਾਪਸ ਆਉਣ ਤੇ ਉਸ ਦੇ ਕਾਫਲੇ ਉੱਤੇ ਹਮਲਾ ਕਰਕੇ ਦੇਸ਼ ਦਾ ਮਾਲ ਅਸਬਾਬ ਤੇ ਬੰਦੀ ਬਣਾਈਆਂ ਹੋਈਆਂ ਕੁੜੀਆਂ ਨੂੰ ਛਡਾਉਣ ਦੀ ਰਣਨੀਤੀ ਬਣਾਈ। ਸਿੱਖ ਘੱਟ ਸਨ, ਇਸ ਲਈ ਰਾਤ ਦੇ 12 ਵਜੇ ਇਹਨਾਂ ਦੇ ਸੌਂ ਜਾਣ ਤੇ ਕਾਫਲੇ ਉੱਤੇ ਹਮਲਾ ਕਰਦੇ ਅਤੇ ਖਜ਼ਾਨੇ ਤੇ ਕੁੜੀਆਂ ਨੂੰ ਛਡਾ ਲੈਂਦੇ। ਅਬਦਾਲੀ ਇਹਨਾਂ ਕੁੜੀਆਂ ਨੂੰ ਕਾਬਲ ਕੰਧਾਰ ਦੇ ਬਾਜ਼ਾਰਾਂ ਵਿੱਚ 2-2 ਟਕੇ ਵਿੱਚ ਵੇਚ ਦਿੰਦਾ ਸੀ। ਅਬਦਾਲੀ ਸਿੱਖਾਂ ਦੇ ਇਹਨਾਂ ਹਮਲਿਆਂ ਤੋਂ ਇੰਨਾ ਗੁੱਸੇ ਹੋ ਗਿਆ ਕਿ ਜਾਂਦੇ ਜਾਂਦੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਤੇ ਕੀਰਤਨ ਬੰਦ ਕਰਾ ਕੇ ਉੱਥੇ ਮੁਜਰਾ ਤੱਕ ਕਰਵਾਇਆ ਸੀ। ਸਿੱਖ ਰਾਤ ਨੂੰ ਹਮਲਾ ਕਰਦੇ ਸੀ, ਇਸ ਲਈ ਹੁਣ ਹਮਲਾਵਰ ਫੌਜ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਸਿੱਖਾਂ ਦੇ ਰਾਤ ਨੂੰ 12 ਵੱਜ ਜਾਂਦੇ ਨੇ। ਮਾਂ ਤੋਂ ਇਹ ਸੁਣ ਕੇ ਮਨ ਨੂੰ ਥੋੜੀ ਰਾਹਤ ਮਿਲੀ ਸੀ। ਫਿਰ ਕੀ ਸੀ, ਕਿਸੇ ਨੇ 12 ਵਜੂ ਕਿਹਾ ਨਹੀਂ ਤੇ ਆਪਣੀ 12 ਵਜੇ ਦੀ ਕਹਾਣੀ ਸ਼ੁਰੂ। ਹੁਣ ਅਸੀਂ ਚੜ੍ਹਨ ਦੀ ਬਜਾਏ ਮਾਣ ਮਹਿਸੂਸ ਕਰਨ ਲੱਗੇ। ਇਸ ਨਾਲ ਚੜਾਉਣ ਵਾਲੇ ਨੂੰ ਹੀ ਚਿੜ ਮੱਚ ਜਾਂਦੀ। ਇਸੇ ਦੌਰਾਨ ਇੱਕ ਦਿਨ ਗੁਆਂਢ ਦੇ ਗੁਲਸ਼ਨ, ਜਿਸ ਨੂੰ ਅਸੀਂ ਟੀਟੂ ਵੀ ਕਹਿੰਦੇ ਸੀ, ਨਾਲ ਖੇਡ ਵਿੱਚ ਝਗੜਾ ਹੋ ਗਿਆ। ਗਲਤੀ ਉਸਦੀ ਸੀ, ਪਰ ਅੱਜ ਉਸਦੇ ਤੇਵਰ ਬਦਲੇ ਹੋਏ ਸੀ। ਜੋ ਗੱਲ ਉਸਨੇ ਕਹੀ ਉਸ ਤੇ ਭਰੋਸਾ ਨਹੀਂ ਹੋ ਰਿਹਾ ਸੀ। ਉਹ ਕਹਿ ਰਿਹਾ ਸੀ, ਅਗਰ ਜ਼ਿਆਦਾ ਬੋਲੋਗੇ ਤਾਂ ਉਹਨਾਂ ਨੂੰ ਬੁਲਾ ਲਵਾਂਗਾ ਜਿਨ੍ਹਾਂ ਨੇ 31 ਅਕਤੂਬਰ ਤੇ 1 ਨਵੰਬਰ ਨੂੰ ਸਿੱਖਾਂ ਨੂੰ ਮਾਰਿਆ ਹੈ। ਕਤਲੇਆਮ ਵਿੱਚ ਤਾਂ ਤੁਹਾਡਾ ਘਰ ਬਚ ਗਿਆ, ਪਰ ਹੁਣ ਪੂਰਾ ਪਤਾ ਦੱਸ ਦੇਵਾਂਗਾ। ਅਸੀਂ ਸੁੰਨ ਰਹਿ ਗਏ। ਟੀਟੂ ਮੇਰੇ ਨਾਲ ਇੱਕ ਹੀ ਕਲਾਸ ਵਿੱਚ ਪੜ੍ਹਦਾ ਹੈ। ਮੇਰੀ ਮਾਂ ਤੇ ਉਸ ਦੀ ਮਾਂ ਪੱਕੀਆਂ ਸਹੇਲੀਆਂ ਨੇ। ਆਪਸ ਵਿੱਚ ਖੇਡਦਿਆਂ ਝਗੜਾ ਤਾਂ ਹੋ ਹੀ ਜਾਂਦਾ ਹੈ। ਅੱਜ ਗਲਤੀ ਵੀ ਉਸੇ ਦੀ ਹੈ, ਪਰ ਇਹ ਕਿਹੋ ਜਿਹੀਆਂ ਧਮਕੀਆਂ ਦੇ ਰਿਹਾ ਹੈ। ਖੈਰ, ਮੈਂ ਵੀ ਕਹਿ ਦਿੱਤਾ ਕਿ ਪਹਿਲਾਂ ਤਾਂ ਸੁੱਤੇ ਹੋਏ ਸ਼ੇਰ ਦੀ ਮੁੱਛ ਤੇ ਹੱਥ ਪਾ ਦਿੱਤਾ ਸੀ, ਪਰ ਹੁਣ ਜਾਗੇ ਹੋਏ ਹਾਂ, ਹੱਥ ਪਾ ਕੇ ਵੇਖਣਾ। ਕੁਝ ਦਿਨਾਂ ਤੋਂ ਸਿੱਖ ਵੀ ਇਸੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਸੀ। ਪਹਿਲੇ ਆਪਰੇਸ਼ਨ ਬਲੂ ਸਟਾਰ 1984 ਦਾ ਕਤਲੇਆਮ, ਫਿਰ ਦਿੱਲੀ ਵਿੱਚ ਟ੍ਰਾਂਜਿਸਟਰ ਬੰਬ ਬਲਾਸਟ ਅਤੇ ਪੰਜਾਬ ਵਿੱਚ ਆਏ ਦਿਨ ਅੱਤਵਾਦੀਆਂ ਦੇ ਹਮਲੇ ਤੇ ਫਰਜ਼ੀ ਇਨਕਾਊਂਟਰਾਂ ਦੀਆਂ ਖਬਰਾਂ ਨਾਲ ਮਾਹੌਲ ਬੇਹੱਦ ਵਿਗੜ ਗਿਆ ਸੀ। ਭਲੇ ਹੀ ਮੈਂ ਛੋਟਾ ਸੀ, ਪਰ ਕਿਸੇ ਵੀ ਨਿਰਦੋਸ਼ ਨੂੰ ਮਾਰੇ ਜਾਣ ਦੀ ਗੱਲ ਨਾਲ ਮੇਰਾ ਮਨ ਤੜਫ ਉੱਠਦਾ ਸੀ। ਜਦੋਂ ਕਿਸੇ ਦੀ ਕੋਈ ਗਲਤੀ ਨਾ ਹੋਵੇ ਤਾਂ ਫਿਰ ਭਲਾ ਕੋਈ ਵੀ ਉਸ ਨੂੰ ਕਿਵੇਂ ਮਾਰ ਸਕਦਾ ਹੈ। ਅਸੀਂ ਤਾਂ ਇਹੀ ਸੁਣਦੇ ਪੜ੍ਹਦੇ ਆਏ ਸੀ ਕਿ ਸਿੱਖ ਮੁਗਲਾਂ ਦੇ ਖਿਲਾਫ ਇਸ ਤਰ੍ਹਾਂ ਲੜੇ, ਅੰਗਰੇਜ਼ ਰਾਜ ਦੇ ਖਿਲਾਫ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਅਤੇ ਪਾਕਿਸਤਾਨ ਤੇ ਚੀਨ ਨਾਲ ਹੋਈਆਂ ਜੰਗਾਂ ਵਿੱਚ ਵੀ ਬਹਾਦਰੀ ਵਿਖਾਈ।
ਹੁਣ ਇਹ ਸਿੱਖ ਹੀ ਦੇਸ਼ ਦੇ ਦੁਸ਼ਮਣ ਕਿਵੇਂ ਹੋ ਸਕਦੇ ਨੇ? ਸਰਕਾਰੀ ਤੇ ਪ੍ਰਾਈਵੇਟ ਮੀਡੀਆ ਜਦੋਂ ਵਾਰ-ਵਾਰ ਸਿੱਖ ਅੱਤਵਾਦੀ ਦਾ ਰਾਗ ਅਲਾਪਦੇ ਤਾਂ ਮਨ ਤੜਫ ਉੱਠਦਾ। ਅੱਤਵਾਦ ਦੇ ਨਾਲ ਹੀ ਕੀ ਸਿੱਖ ਲਫ਼ਜ਼ ਲਾਉਣਾ ਜ਼ਰੂਰੀ ਹੈ? ਮੁਸਲਮ ਅੱਤਵਾਦੀ ਜਾਂ ਹਿੰਦੂ ਅੱਤਵਾਦੀ ਕਿਉਂ ਨਹੀਂ ਕਿਹਾ ਜਾਂਦਾ? ਜਦੋਂ ਅੱਤਵਾਦੀਆਂ ਦੇ ਹੱਥੋਂ ਨਿਰਦੋਸ਼ਾਂ ਦੇ ਮਾਰੇ ਜਾਣ ਬਾਰੇ ਮਾਂ ਨੂੰ ਪੁੱਛਦਾ ਤਾਂ ਮਾਂ ਕਹਿੰਦੀ, ਸੱਚਾ ਸਿੱਖ ਕਦੇ ਨਿਰਦੋਸ਼ ਨੂੰ ਨਹੀਂ ਮਾਰ ਸਕਦਾ, ਜੋ ਮਾਰ ਰਹੇ ਨੇ ਉਹ ਸਿੱਖ ਨਹੀਂ ਹੋ ਸਕਦੇ। ਮੈਂ ਆਪਣੀ ਮਾਂ ਦੀ ਦਿੱਤੀ ਗਈ ਇਸ ਸਿੱਖਿਆ ਨੂੰ ਅੱਜ ਵੀ ਮੰਨਦਾ ਹਾਂ। ਜੋ ਵਿਅਕਤੀ ਕਿਸੇ ਨਿਰਦੋਸ਼ ਨੂੰ ਦੁੱਖ ਦਿੰਦਾ ਹੈ ਉਹ ਸਿੱਖ ਨਹੀਂ ਹੋ ਸਕਦਾ। ਸਿੱਖ ਸਿਧਾਂਤ ਦਾ ਆਧਾਰ ਜਪਜੀ ਸਾਹਿਬ ਹੈ ਤੇ ਉਸ ਵਿੱਚ ਕਿਹਾ ਗਿਆ ਹੈ ਕਿ ਧੌਲ ਧਰਮ ਦਇਆ ਕਾ ਪੂਤ, ਧਰਮ ਦਇਆ ਦਾ ਪੁੱਤਰ ਹੈ। ਭਾਵ ਦਇਆ ਧਰਮ ਦਾ ਆਧਾਰ ਹੈ ਤੇ ਜਿਸ ਵਿੱਚ ਦਇਆ ਨਹੀਂ ਹੈ ਉਹ ਸਿੱਖ ਕਿਵੇਂ ਹੋ ਸਕਦਾ ਹੈ? ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਣ ਲਈ ਸਿਰ ਦੀ ਮੰਗ ਕੀਤੀ ਤਾਂ ਪਹਿਲਾਂ ਦਇਆ ਸਿੰਘ ਹੀ ਅੱਗੇ ਆਏ। ਇਹ ਮਾਤਰ ਸੰਜੋਗ ਨਹੀਂ ਹੋ ਸਕਦਾ ਕਿ ਪਹਿਲਾਂ ਦਇਆ ਅੱਗੇ ਆਈ ਤੇ ਫਿਰ ਧਰਮ ਸਿੰਘ ਤੇ ਹਿੰਮਤ ਸਿੰਘ। ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਕਿਹਾ ਕਿ ਜਦੋਂ ਆਤਤਾਈ ਸ਼ਾਂਤੀ ਦੇ ਸਾਰੇ ਰਾਹ ਬੰਦ ਕਰਕੇ ਜ਼ੁਲਮ ਤੇ ਉਤਾਰੂ ਹੋ ਜਾਣ ਤਾਂ ਉਸ ਦਾ ਮੁਕਾਬਲਾ ਕਰਨਾ ਜਾਇਜ਼ ਹੈ। ਆਤਮ ਸੁਰੱਖਿਆ ਲਈ ਹਥਿਆਰ ਚੁੱਕਣਾ ਠੀਕ ਹੈ, ਪਰ ਕਿਸੇ ਨਿਰਦੋਸ਼ ਨੂੰ ਮਾਰਨਾ ਓਨਾ ਹੀ ਵੱਡਾ ਅਧਰਮ ਹੈ। ਹੁਣ ਮੈਂ ਗੁਰਦੁਆਰੇ ਦੇ ਸਕੂਲ ਤੋਂ ਸਰਕਾਰੀ ਸਕੂਲ ਵਿੱਚ ਆ ਚੁੱਕਾ ਸੀ। 11ਵੀਂ ਵਿੱਚ ਸਭ ਤੋਂ ਅਵਲ ਆਇਆ ਸੀ। ਇਸ ਸਾਲ 12ਵੀਂ ਵਿੱਚ ਬੋਰਡ ਦੀ ਪ੍ਰੀਖਿਆ ਸੀ। ਗੁਰਦੁਆਰੇ ਦੇ ਸਕੂਲ ਵਿੱਚ ਤਾਂ ਮਾਹੌਲ ਵੱਖਰਾ ਸੀ, ਪਰ ਇੱਥੇ ਭੂਗੋਲ ਦਾ ਇੱਕ ਟੀਚਰ ਮੇਰਾ ਨਾਮ ਲੈਣ ਦੀ ਬਜਾਏ ਸੁਣੋ ਸਰਦਾਰ ਕਹਿ ਕੇ ਬੁਲਾਉਂਦਾ। ਪਹਿਲਾਂ ਮੈਂ ਗੁਰਦੁਆਰੇ ਦੇ ਸਕੂਲ ਵਿੱਚ ਪੜ੍ਹਿਆ ਸੀ ਤੇ ਉੱਥੇ ਇਸ ਤਰ੍ਹਾਂ ਦੀ ਭਾਸ਼ਾ ਕਦੇ ਨਹੀਂ ਸੁਣੀ ਸੀ। ਇਹ ਬਹੁਤ ਬੁਰਾ ਲੱਗਦਾ ਸੀ। ਪ੍ਰੈਕਟੀਕਲ ਵਿੱਚ ਪੂਰੀ ਕਲਾਸ ਵਿੱਚ ਸਭ ਤੋਂ ਘੱਟ ਨੰਬਰ ਮੈਨੂੰ ਦਿੱਤੇ ਗਏ ਸੀ, ਜਦ ਕਿ ਜਿਨ੍ਹਾਂ ਦੇ ਪਰਚੇ ਮੈਂ ਕਰਵਾਏ ਸੀ ਉਹਨਾਂ ਨੂੰ 30 ਵਿੱਚੋਂ 30 ਮਿਲੇ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਟੀਚਰ ਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਭੂਗੋਲ ਵਿੱਚ ਡਿਸਟਿੰਕਸ਼ਨ ਨਾ ਆਉਣ ਦੇ ਬਾਵਜੂਦ 12ਵੀਂ ਜਮਾਤ ਵਿੱਚ ਚੰਗੇ ਨੰਬਰ ਆਏ। ਇਸ ਲਈ ਨੇੜੇ ਦੇ PGDAV ਕਾਲਜ ਵਿੱਚ BA ਰਾਜਨੀਤੀ ਸ਼ਾਸਤਰ ਵਿੱਚ ਦਾਖਲਾ ਲੈ ਲਿਆ। ਕ੍ਰਿਕਟ ਵਿੱਚ ਤਾਂ ਜਾਨ ਵਸਦੀ ਸੀ ਤੇ ਚੰਗੀ ਲੈਗ ਸਪਿਨ ਕਰ ਲੈਂਦਾ ਸੀ। ਇੰਡੀਅਨ 에ਅਰਲਾਈਨਸ ਤੋਂ ਖੇਡਣ ਵਾਲੇ ਜਾਣੇ ਪਛਾਣੇ ਬੱਲੇਬਾਜ਼ ਰਾਜ ਮੋਹਨ ਸਪਿਨ ਪ੍ਰੈਕਟਿਸ ਲਈ ਮੈਨੂੰ ਖਾਸ ਤੌਰ ਤੇ ਸੱਦਿਆ ਕਰਦੇ ਸੀ। DAV ਕਾਲਜ ਕ੍ਰਿਕਟ ਵਿੱਚ ਪੂਰੀ ਦਿੱਲੀ ਵਿੱਚ ਸਭ ਤੋਂ ਉੱਤੇ ਸੀ। ਅਜੇ ਸ਼ਰਮਾ, ਰਮਨ ਲਾਂਬਾ, ਮਨੋਜ ਪ੍ਰਭਾਕਰ, ਅਤੁਲ ਵਾਸਨ, ਮਨਿੰਦਰ ਸਿੰਘ, ਮਨੂ ਨਈਅਰ ਤੋਂ ਲੈ ਕੇ तमाम ਖਿਡਾਰੀ ਇਸੇ ਕਾਲਜ ਤੋਂ ਦੇਸ਼ ਦੀ ਟੀਮ ਵਿੱਚ ਗਏ ਸੀ। ਮੈਂ ਵੀ ਇੱਥੇ ਕ੍ਰਿਕਟ ਦੇ ਨੈਟਸ ਤੇ ਜਾਣਾ ਸ਼ੁਰੂ ਕਰ ਦਿੱਤਾ, ਪਰ ਕੋਚ ਮੈਨੂੰ ਪਹਿਲੇ ਦਿਨ ਤੋਂ ਹੀ ਨਾ ਪਸੰਦ ਕਰ ਰਿਹਾ ਸੀ। ਮੇਰੀ ਲੈਗ ਸਪਿਨ ਬਹੁਤ ਚੰਗੀ ਸੀ ਤੇ ਇਹ ਗੱਲ ਸਾਰੇ ਬੱਲੇਬਾਜ਼ ਕਹਿਣ ਲੱਗੇ ਸੀ, ਪਰ ਮੈਨੂੰ ਜਦੋਂ ਪ੍ਰੈਕਟਿਸ ਮੈਚ ਖੇਡਣ ਦਾ ਇੱਕ ਮੌਕਾ ਵੀ ਨਹੀਂ ਦਿੱਤਾ ਗਿਆ ਤਾਂ ਸਮਝ ਆ ਗਈ ਕਿ ਵਕਤ ਖਰਾਬ ਕਰਨ ਦੀ ਬਜਾਏ ਪੜ੍ਹਾਈ ਤੇ ਹੀ ਧਿਆਨ ਦੇਵਾਂ। ਕੋਚ ਖੇਡਣ ਨਹੀਂ ਦੇਵੇਗਾ ਤੇ ਪੜ੍ਹਾਈ ਤੋਂ ਵੀ ਗਏ ਤਾਂ ਡੱਬਾ ਗੋਲ ਹੈ। ਇਸੇ ਦੌਰਾਨ ਪੰਜਾਬ ਸਿੱਖ ਤੇ ਅੱਤਵਾਦ ਨੂੰ ਲੈ ਕੇ ਮੇਰੀ ਬਾਕੀ ਸਾਥੀਆਂ ਨਾਲ ਬਹਿਸ ਵੀ ਹੋ ਜਾਂਦੀ ਸੀ। ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਸੱਚਾ ਸਿੱਖ ਕਦੇ ਵੀ ਕਿਸੇ ਨਿਰਦੋਸ਼ ਨੂੰ ਨਹੀਂ ਮਾਰ ਸਕਦਾ। ਇਸ ਲਈ ਜੋ ਵੀ ਨਿਰਦੋਸ਼ਾਂ ਦੀ ਹੱਤਿਆ ਕਰਦਾ ਹੈ ਉਹ ਸਿੱਖ ਹੀ ਨਹੀਂ ਹੈ। ਇਸ ਦੇ ਬਾਵਜੂਦ ਮੇਰਾ ਦੋਸਤ ਸਰਵਦਾਨੰਦ ਮਜ਼ਾਕ ਵਿੱਚ ਹੀ ਮੈਨੂੰ ਮਿਲਣ ਤੇ ਕਹਿ ਹੀ ਦਿੰਦਾ, ਕਿਉਂ ਭਾਈ ਅੱਤਵਾਦੀ ਕੀ ਹਾਲ ਹੈ। ਅਸਲ ਵਿੱਚ ਸਿੱਖਾਂ ਦੇ ਬਾਰੇ ਵਿੱਚ ਇਹਨਾਂ ਦੀ ਧਾਰਨਾ ਸਟੀਰੀਓਟਾਈਪ ਸੀ ਤੇ ਮਾਹੌਲ ਸਿੱਖਾਂ ਦੇ ਖਿਲਾਫ ਬਣਾਇਆ ਜਾ ਰਿਹਾ ਸੀ। ਮੈਂ ਇਹਨਾਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਸ਼ਾਂਤੀ ਉਪਦੇਸ਼ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕਰਦਾ ਤੇ ਉਦੋਂ ਤੱਕ ਹਾਰ ਨਹੀਂ ਮੰਨਦਾ ਜਦੋਂ ਤੱਕ ਇਹਨਾਂ ਨੂੰ ਚੁੱਪ ਨਾ ਕਰਵਾ ਦਿੰਦਾ। ਜਦੋਂ ਕਦੇ ਇਸ ਤਰ੍ਹਾਂ ਦੀ ਬਹਿਸ ਹੁੰਦੀ ਤਾਂ ਕੁਝ ਖਟਾਸ ਆ ਜਾਂਦੀ ਸੀ। ਇਹਨਾਂ ਦਿਨਾਂ ਵਿੱਚ ਇੱਕ ਦਿਨ ਮੈਨੂੰ ਚਾਂਦਨੀ ਚੌਂਕ ਦੇ ਨੇੜੇ ਦਿੱਲੀ ਲਾਇਬ੍ਰੇਰੀ ਜਾਣ ਦਾ ਮੌਕਾ ਮਿਲਿਆ। ਇਸ ਲਾਇਬ੍ਰੇਰੀ ਵਿੱਚ ਪਹਿਲੀ ਵਾਰ ਦਹਾਕਿਆਂ ਪੁਰਾਣੇ ਅਖਬਾਰਾਂ ਦਾ ਰਿਕਾਰਡ ਵੇਖਿਆ ਤਾਂ ਹੈਰਾਨ ਰਹਿ ਗਿਆ। ਤੁਰੰਤ ਫੈਸਲਾ ਕੀਤਾ ਕਿ ਇਹ ਵੇਖਿਆ ਜਾਵੇ ਕਿ 1984 ਵਿੱਚ
ਸਿੱਖ ਕਤਲੇਆਮ ਦੇ ਵਕਤ ਕਿਹੋ ਜਿਹੀ ਰਿਪੋਰਟਿੰਗ ਹੋਈ ਸੀ। ਘੰਟਿਆਂ ਬੱਧੀ ਅਖਬਾਰਾਂ ਦੇ ਵੱਡੇ ਤੇ ਭਾਰੀ ਭਰਕਮ ਬੰਡਲਾਂ ਨੂੰ ਪਲਟਣ ਦੇ ਬਾਅਦ ਅਫਸੋਸ ਹੋਇਆ ਕਿ ਜਿਵੇਂ ਉਸ ਵਕਤ ਅਖਬਾਰ ਸੁੱਤੇ ਹੀ ਪਏ ਸੀ। ਸਵਾਏ ਇੰਡੀਅਨ ਐਕਸਪ੍ਰੈਸ ਤੇ ਜਨਸੱਤਾ ਵਿੱਚ ਕੁਝ ਕੁ ਖਬਰਾਂ ਨੂੰ ਛੱਡ ਕੇ ਕੁਝ ਵੀ ਨਹੀਂ ਸੀ। ਇਨ੍ਹਾਂ ਅਖਬਾਰਾਂ ਤੋਂ ਐਵੇਂ ਲੱਗਦਾ ਹੀ ਨਹੀਂ ਸੀ ਕਿ 31 ਅਕਤੂਬਰ ਤੇ 1-2 ਨਵੰਬਰ ਨੂੰ ਦੇਸ਼ ਦੀ ਰਾਜਧਾਨੀ ਵਿੱਚ 3000 ਸਿੱਖਾਂ ਦਾ ਕਤਲੇਆਮ ਹੋਇਆ। ਹਜ਼ਾਰਾਂ ਘਰ ਤੇ ਦੁਕਾਨਾਂ ਸਾੜ ਕੇ ਸੁਆਹ ਕਰ ਦਿੱਤੀਆਂ ਗਈਆਂ। ਇੰਡੀਆ ਟੁਡੇ ਨੇ 1 ਮਹੀਨੇ ਬਾਅਦ ਜ਼ਰੂਰ ਕੁਝ ਖਬਰਾਂ ਦਿੱਤੀਆਂ ਸੀ। ਟਾਈਮਜ਼ ਆਫ ਇੰਡੀਆ ਦੇ ਸੰਪਾਦਕ ਗਿਰੀ ਲਾਲ ਜੈਨ ਨੇ ਸਿੱਖਾਂ ਦੀ ਮਾਰ-ਕੁੱਟ ਨੂੰ ਸਹੀ ਠਹਿਰਾਉਣ ਵਾਲਾ ਇੱਕ ਲੇਖ ਛਾਪਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਹਿੰਦੂਆਂ ਦੇ ਸਬਰ ਦਾ ਪਿਆਲਾ ਭਰ ਜਾਣ ਦਾ ਨਤੀਜਾ ਹੈ। ਹਿੰਦੁਸਤਾਨ ਟਾਈਮਜ਼ ਵਿੱਚ ਵੀ ਅਜਿਹੇ ਲੇਖਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ। ਖੁਸ਼ਵੰਤ ਸਿੰਘ ਦੇ ਬਾਅਦ ਇਸ ਅਖਬਾਰ ਦੇ ਸੰਪਾਦਕ ਬਣੇ NC ਮੈਨਨ ਨੇ ਵੀ ਲਿਖਿਆ ਕਿ ਸਿੱਖ ਗਲਤ ਢੰਗ ਨਾਲ ਸੰਪੰਨ ਬਣੇ ਨੇ, ਹੁਣ ਉਹਨਾਂ ਨੂੰ ਉਹਨਾਂ ਦੀ ਕਰਨੀ ਦਾ ਫਲ ਭੁਗਤਣਾ ਪੈ ਰਿਹਾ ਹੈ। ਇਹਨਾਂ ਦੋਵਾਂ ਲੇਖਾਂ ਦਾ ਜ਼ਿਕਰ ਖੁਸ਼ਵੰਤ ਸਿੰਘ ਨੇ 2004 ਈਸਵੀ ਵਿੱਚ ਆਊਟਲੁੱਕ ਮੈਗਜ਼ੀਨ ਵਿੱਚ ਛਪੇ ਆਪਣੇ ਇੱਕ ਲੇਖ ਵਿੱਚ ਵੀ ਕੀਤਾ ਹੈ। ਮਨ ਸੋਚਣ ਲੱਗਾ ਕਿ ਆਖਰ ਐਸਾ ਕਿਉਂ? ਦੇਸ਼ ਦਾ ਮੀਡੀਆ ਜੋ ਕਿ ਸੁਤੰਤਰ ਹੈ, ਉਸ ਨੇ ਐਸਾ ਕਿਉਂ ਕੀਤਾ? ਜੇਕਰ ਕਿਧਰੇ ਇੱਕ ਕਤਲ ਵੀ ਹੋ ਜਾਏ ਤਾਂ ਇੰਨੀ ਵੱਡੀ ਖਬਰ ਬਣਾ ਦਿੰਦੇ ਨੇ, ਤਾਂ ਫਿਰ ਇੰਨੇ ਵੱਡੇ ਕਤਲੇਆਮ ਦੀਆਂ ਖਬਰਾਂ ਕਿਉਂ ਨਹੀਂ ਦਿੱਤੀਆਂ ਗਈਆਂ? ਪੱਤਰਕਾਰ ਵੀ ਤਾਂ ਸਮਾਜ ਵਿੱਚੋਂ ਹੀ ਆਉਂਦੇ ਨੇ, ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਕੀ ਹੋ ਰਿਹਾ ਹੈ ਤੇ ਕੀ ਨਹੀਂ। ਹੁਣ ਦਿਲ ਨੇ ਮੀਡੀਆ ਵਿੱਚ ਜਾਣ ਦਾ ਫੈਸਲਾ ਕਰ ਲਿਆ ਸੀ। ਲੱਗਿਆ ਕਿ ਸ਼ਾਇਦ ਮੀਡੀਆ ਵਿੱਚ ਸਿੱਖਾਂ ਦੇ ਪ੍ਰਤੀ ਕੁਝ ਪੱਖਪਾਤ ਹੈ, ਜਾਂ ਫਿਰ ਉਹ ਸਿੱਖਾਂ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਹਨ। ਜੇਕਰ ਮੀਡੀਆ ਵਿੱਚ ਜਾ ਕੇ ਇਸ ਧਾਰਨਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਚੰਗਾ ਹੋਵੇਗਾ। ਇਹ ਸਭ ਕੁਝ ਆਸਾਨ ਨਹੀਂ ਸੀ। BA ਪੂਰੀ ਹੁੰਦਿਆਂ ਹੀ ਕੁਝ ਕੰਮ-ਕਾਜ ਕਰਨ ਦਾ ਦਬਾਅ ਬਣ ਲੱਗਾ ਸੀ। ਘਰ ਦੀ ਆਰਥਿਕ ਹਾਲਤ ਕੋਈ ਬਹੁਤ ਚੰਗੀ ਨਹੀਂ ਸੀ। ਇੱਥੋਂ ਤੱਕ ਕਿ ਮੇਰੇ ਤੋਂ ਛੋਟੇ ਭਰਾ ਨੇ ਵੀ ਪੜ੍ਹਾਈ ਵਿਚਾਲੇ ਛੱਡ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮੇਰੇ ਉੱਤੇ ਵੀ ਦਬਾਅ ਵੱਧ ਰਿਹਾ ਸੀ। ਘਰ ਵਾਲਿਆਂ ਨੂੰ ਲੱਗਦਾ ਸੀ ਕਿ ਪੜ੍ਹਨ ਲਿਖਣ ਦੀ ਬਜਾਏ ਕੋਈ ਕੰਮ ਸ਼ੁਰੂ ਕਰ ਦੇਵੇ ਤਾਂ ਜ਼ਿਆਦਾ ਚੰਗਾ ਹੈ। ਇਸੇ ਫੇਰ ਵਿੱਚ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਦੇ ਜੀਜਾ ਜੀ ਕੋਲ ਖਰਾਦ ਉੱਤੇ ਕੰਮ ਲਈ ਭੇਜ ਦਿੱਤਾ ਜਾਂਦਾ, ਤਾਂ ਕਦੇ ਵੱਡੇ ਭਰਾ ਨੇ AC ਦਾ ਕੰਮ ਸਿੱਖਣ ਤੇ ਲਾ ਦਿੱਤਾ। 2 ਮਹੀਨੇ ਤੱਕ ਸਖਤ ਗਰਮੀ ਵਿੱਚ ਕਾਰਾਂ ਵਿੱਚ AC ਲਾਉਣ ਦਾ ਕੰਮ ਵੀ ਕੀਤਾ, ਪਰ ਮੈਂ ਇਹ ਸਭ ਤੋਂ ਦੱਬਣ ਵਾਲਾ ਨਹੀਂ ਸੀ ਤੇ ਮਨ ਪੱਕਾ ਕਰ ਚੁੱਕਾ ਸੀ ਕਿ ਬਣਨਾ ਹੈ ਤਾਂ ਪੱਤਰਕਾਰ। ਖੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਹਰਸ਼ਦ ਮਹਿਤਾ ਦੇ ਫੇਰ ਵਿੱਚ ਹੀ ਸਹੀ, ਪਰ ਸ਼ੇਅਰ ਬਾਜ਼ਾਰ ਬਹੁਤ ਤੇਜ਼ੀ ਨਾਲ ਵਧ ਰਿਹਾ ਸੀ। 2 ਮਹੀਨੇ ਇੱਕ ਐਸੀ ਫਰਮ ਵਿੱਚ ਨੌਕਰੀ ਮਿਲ ਗਈ ਜਿੱਥੇ ਸ਼ੇਅਰ ਧਾਰਕਾਂ ਦੇ ਨਾਮ, ਪਤੇ ਆਦਿ ਦਾ ਪੂਰਾ ਹਿਸਾਬ ਕਿਤਾਬ ਰੱਖਣਾ ਹੁੰਦਾ ਸੀ। ਹੁਣ ਮੈਂ ਕੁਝ ਪੈਸੇ ਹੱਥ ਆਉਂਦਿਆਂ ਹੀ MA ਅਤੇ ਪੱਤਰਕਾਰਤਾ ਦਾ ਕੋਰਸ ਕਰਨ ਦਾ ਫੈਸਲਾ ਕਰ ਲਿਆ। MA ਵਿੱਚ ਤਾਂ ਦਾਖਲਾ ਮਿਲ ਗਿਆ, ਪਰ YMCA ਵਿੱਚ ਪੱਤਰਕਾਰਤਾ ਦੇ ਕੋਰਸ ਲਈ ਦਾਖਲਾ ਟੈਸਟ ਹੋਇਆ। ਟੈਸਟ ਚੰਗਾ ਹੋਇਆ ਸੀ, ਪਰ ਫਿਰ ਵੀ ਜਦੋਂ ਨਤੀਜਾ ਵੇਖਣ ਗਿਆ ਤਾਂ ਪਤਾ ਲੱਗਾ ਕਿ ਪਾਸ ਹੋਣ ਵਾਲਿਆਂ ਵਿੱਚ ਮੇਰਾ ਨਾਮ ਨਹੀਂ ਹੈ। ਹੈਰਾਨੀ ਦੀ ਤਾਂ ਕੋਈ ਸੀਮਾ ਨਹੀਂ ਰਹੀ ਜਦੋਂ ਅਗਲੇ ਦਿਨ ਮੈਨੂੰ ਇੰਟਰਵਿਊ ਤੇ ਸੱਦੇ ਬਾਰੇ ਪੋਸਟ ਕਾਰਡ ਆਇਆ। ਮੈਨੂੰ ਉਸ ਪੋਸਟ ਕਾਰਡ ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਅੱਜ ਤੱਕ ਸਮਝ ਨਹੀਂ ਸਕਿਆ ਕਿ ਇਹ ਕਿਵੇਂ ਹੋਇਆ। ਜ਼ਰੂਰ ਇਹ ਕੁਦਰਤ ਦੀ ਕੋਈ ਖੇਡ ਸੀ। ਖੈਰ, ਇੰਟਰਵਿਊ ਦੇਣ ਪਹੁੰਚਿਆ ਤਾਂ ਅੱਗੇ UNI ਦੇ ਬੀਬੀ ਨਾਗਪਾਲ ਬੈਠੇ ਸੀ। ਉਹਨਾਂ ਨੇ ਮੈਨੂੰ ਸਿੱਧਾ ਸਵਾਲ ਹੀ ਪੰਜਾਬ ਵਿੱਚ ਚੱਲ ਰਹੇ ਅੱਤਵਾਦ ਤੇ ਕੀਤਾ। ਦੱਸੋ, ਪੰਜਾਬ ਵਿੱਚ ਅੱਤਵਾਦ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਮੈਨੂੰ ਯਾਦ ਹੈ ਕਿ ਮੈਂ ਉਹਨਾਂ ਨੂੰ 2 ਟੂਕ ਕਿਹਾ ਕਿ ਮੰਗਾਂ ਤੇ ਸ਼ਿਕਾਇਤਾਂ ਜਾਇਜ਼ ਵੀ ਹੋ ਸਕਦੀਆਂ ਨੇ, ਪਰ ਵਿਰੋਧ ਦਾ ਸਹੀ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ। ਹਿੰਸਾ ਇਸ ਸਮੱਸਿਆ ਦਾ ਹੱਲ ਨਹੀਂ ਹੈ। ਨਾਗਪਾਲ ਜੀ ਨੂੰ ਸ਼ਾਇਦ ਮੇਰਾ ਇਹ ਜਵਾਬ ਚੰਗਾ ਲੱਗਾ ਤੇ ਮੈਨੂੰ ਦਾਖਲਾ ਮਿਲ ਗਿਆ। ਹਾਲਾਂਕਿ ਮੈਂ ਸੋਚ ਰਿਹਾ ਸੀ ਕਿ ਕੀ ਬਾਕੀ ਉਮੀਦਵਾਰਾਂ ਨੂੰ ਵੀ ਇਹ ਸਵਾਲ ਪੁੱਛਿਆ ਗਿਆ ਹੋਵੇਗਾ। ਪੱਤਰਕਾਰਤਾ ਵਿੱਚ ਆਉਣਾ ਤੇ ਪੈਰ ਜਮਾਉਣਾ ਬਹੁਤ ਟੇਢੀ ਖੀਰ ਹੈ, ਖਾਸ ਕਰਕੇ ਹਿੰਦੀ ਪੱਤਰਕਾਰਤਾ ਜਿਸ ਤਰ੍ਹਾਂ ਪੱਖਪਾਤ ਨਾਲ ਭਰੀ ਹੋਈ ਹੈ। ਉਸ ਉੱਤੇ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ।
ਇੱਥੇ ਇੰਨਾ ਹੀ ਕਹਿਣਾ ਠੀਕ ਹੋਵੇਗਾ ਕਿ ਜਦੋਂ 2005 ਵਿੱਚ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆਈ ਤੇ ਮੈਂ ਉਸ ਦੇ ਆਧਾਰ ਤੇ 3 ਖਬਰਾਂ ਹੀ ਲਿਖੀਆਂ ਸੀ ਤਾਂ ਮੇਰੇ ਬਾਸ ਨੇ ਹੱਥ ਖੜੇ ਕਰ ਦਿੱਤੇ। ਉਹਨਾਂ ਦਾ ਕਹਿਣਾ ਸੀ ਕਿ ਉੱਪਰ ਤੋਂ ਦਬਾਅ ਹੈ। ਹਾਲਾਂਕਿ ਮੈਂ ਖਬਰਾਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਹੀ ਦੇ ਰਿਹਾ ਸੀ, ਪਰ ਫਿਰ ਵੀ ਹੱਥ ਖੜੇ ਕੀਤੇ ਜਾ ਚੁੱਕੇ ਸੀ। ਕਿਤਾਬ 1984 ਸਿੱਖ ਕਤਲੇਆਮ ਦਾ ਸੱਚ, ਲੇਖਕ ਜਰਨੈਲ ਸਿੰਘ ਪੱਤਰਕਾਰ ਦਿੱਲੀ, ਭਾਗ ਪਹਿਲਾ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।